ਕੀ ਅੱਜ ਤੁਸੀਂ ਮੰਨਦੇ ਹੋ ਕਿ ਇਹ ਚੇਂਜ ਜੋ ਆਈ ਹੈ ਇਹਦਾ ਇੱਕ ਵੱਡਾ ਕਾਰਨ ਹੈ ਕਿ ਤੁਹਾਡੀ 4.5 ਸਾਲ ਦੀ ਸਰਕਾਰ ਜਿਹੜੀ ਸੀ ਉਸਨੇ ਕੰਮ ਨਹੀਂ ਕੀਤਾ। ਜਿਹੜਾ ਅੱਜ ਮੁੱਖ ਮੰਤਰੀ ਬਣੇ, ਜਿਹੜੇ ਅੱਜ ਡਿਪਟੀ ਸੀਐਮ ਬਣੇ, ਉਹਨਾਂ ਵੱਲੋਂ ਬੜੀ ਸਾਫ਼ ਤਰੀਕੇ ਨਾਲ ਕਿਹਾ ਗਿਆ ਸੀਗਾ ਕਿ ਜਿਹੜਾ ਪਿਛਲਾ ਸਾਡਾ ਸੀਐਮ ਹੈਗਾ ਉਹਦੀ ਤਾਰਾਂ ਅਕਾਲੀ ਦਲ ਨਾਲ ਜੁੜੀਆਂ ਹੋਈਆਂ। ਡੀਜੀਪੀ ਬਦਲਣ ਦੀ ਗੱਲ ਹੋ ਰਹੀ ਹੈ ਤਾਂ ਮਤਲਬ ਡੀਜੀਪੀ ਦਾ ਤੁਸੀਂ ਵੀ ਕਹਿੰਦੇ ਹੋ ਕਿ ਡੀਜੀਪੀ ਬਦਲਣਾ ਚਾਹੀਦਾ ਹੈਗਾ, ਪੰਜਾਬ ਪੁਲਿਸ ਨੂੰ ਸੁਧਾਰ ਲਿਆਉਣੀ ਚਾਹੀਦੀ ਹੈਗੀ ਹੈ। ਥਾਣੇ 'ਚ ਵੜ ਲੱਗਿਆ ਡਰ ਲੱਗਦਾ, ਗਰੀਬ ਬੰਦਾ ਸਾਡੇ ਘਰ ਪਹਿਲੋਂ ਆਉਂਦਾ, ਯਾਰ ਮੈਂ ਥਾਣੇ ਚੱਲਿਆ ਕਿ ਕੰਪਲੇਂਟ ਕਰਨੀ, ਇਹਨੂੰ ਮੈਨੂੰ 2 ਮਿੰਟ ਕਰ। ਜਿੱਦਣ ਲੋਕ ਸਾਨੂੰ ਇਹ ਸਿਫਾਰਸ਼ਾਂ ਕਰਾਉਣ ਲੱਗ ਗਏ ਕਿ ਅਸੀਂ ਥਾਣੇ ਨਹੀਂ ਲੱਗਣਾ, ਅਸੀਂ ਐਸਪੀ ਨਹੀਂ ਲੱਗਣਾ, ਅਸੀਂ ਐਸਐਸਪੀ ਨਹੀਂ ਲੱਗਣਾ, ਸਮਝ ਲਓ ਪੰਜਾਬ ਸੁਧਰਨ ਵਾਲੇ ਬੰਨੇ ਤੁਰ ਪਿਆ। ਕਦੀ ਵੀ ਸਰਕਾਰ ਚਾਹੇ ਸਾਡੀ ਬਣੀ ਹੈ ਜਾਂ ਕੋਈ ਵੀ ਬਣੇ, ਸਰਕਾਰਾਂ ਨੂੰ ਕੰਮ ਨਹੀਂ ਰੋਕਣਾ ਚਾਹੀਦਾ। ਅਸੀਂ ਪਾਲਿਸੀ ਬਣਾਉਣ ਦੇ ਨਾਂ ਦੇ ਉੱਤੇ ਕੰਮ ਰੋਕ ਦਿੰਦੇ ਹਾਂ। ਪਾਣੀ ਫ੍ਰੀ, ਰੇਤਾ ਫ੍ਰੀ, ਬਿਜਲੀ ਮਾਫ ਤੇ ਖਜ਼ਾਨਾ ਖਾਲੀ। ਖਜ਼ਾਨਾ ਖਾਲੀ ਤੇ ਸੁਣਦੇ ਹੀ ਆ ਰਹੇ ਹੈਗੇ ਆ। ਕੁਝ ਵੀ ਕਹਿਣਾ ਹੋਏ ਤਾਂ ਇਹੀਓ ਸਵਾਲ ਜਵਾਬ ਆਉਂਦਾ, ਖਜ਼ਾਨਾ ਖਾਲੀ। ਆਮਦਨ ਤੁਹਾਡੀ ਵਧਣੀ ਨਹੀਂ ਹੈ, ਇਹ ਤੇ ਫਿਰ ਉਹੀਓ ਜੁਮਲੇਬਾਜ਼ੀ ਹੋ ਗਈ। ਤੁਹਾਡੀ ਹਾਈ ਕਮਾਂਡ ਵੱਲੋਂ ਜਿਹੜਾ ਖੇਡ ਖੇਡੀ ਗਈ ਹੈ, ਇਹ ਤਾਂ ਇੱਕ ਸਿਰਫ ਆਂਕੜਿਆਂ ਦਾ ਖੇਡ ਹੈਗਾ। ਔਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਅਗਲਾ ਸੀਐਮ ਸਾਡਾ ਨਵਜੋਤ ਸਿੱਧੂ ਹੋਏਗਾ। ਜਦੋਂ ਵਰਗਾਂ ਤੇ ਜਾਤਾਂ ਤੇ ਪਾਤਾਂ ਤੇ ਲੜਾਈ ਹੋਊਗੀ ਤੇ ਫਾਇਦਾ ਪੋਲੀਟੀਕਲ ਬੰਦੇ ਨੂੰ ਹੋਣਾ, ਲੋਕਾਂ ਨੂੰ ਨਹੀਂ ਹੋਣਾ, ਵਿਕਾਸ ਨਹੀਂ ਹੋ ਪਾਉਣਾ। ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਤੁਹਾਨੂੰ ਕਹਾਂ ਹੁਣ ਜੇ ਨਿਕਲਣਗੇ ਨਾ ਤੇ ਬਹੁਤ ਵੱਡੇ ਅਫਸਰ ਵੀ ਵਿੱਚ ਤੇ ਰਗੜੇ ਜਾਣਗੇ, ਜਿਨ੍ਹਾਂ ਨੇ ਕਿ ਇੱਕ ਸਿਸਟਮ ਬਣਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਚੀਜ਼ਾਂ ਨੂੰ। ਕਿ ਹੁਣ ਜੇ ਕਿਸੇ ਨੇ ਡਰੱਗ ਫੜਨਾ ਹੈ ਜਾਂ ਕੋਈ ਗੱਲ ਕਰਨੀ ਹੈ, ਫੜਨਾ ਤੇ ਪੰਜਾਬ ਦੇ ਅੰਦਰੋਂ ਹੀ ਹੈ। ਤੇ ਜਦੋਂ ਕਿਸੇ ਐਸਐਚਓ ਦੇ ਜਾਂ ਉਹਦੇ ਘੇਰੇ ਦੇ ਅੰਦਰੋਂ ਫੜਿਆ ਜਾਂਦਾ ਸੀ ਉਹ ਨਹੀਂ ਸਾਥ ਦਿੰਦੇ ਇਹਨਾਂ ਦਾ। ਮੈਂ ਮਤਲਬ ਇਹ ਤੁਹਾਡੇ ਔਨ ਰਿਕਾਰਡ ਕਿੰਨਾ ਇਹਦੀਆਂ ਚੋਰ ਮੋਰੀਆਂ ਬੰਦ ਕਰ ਲਈਏ ਤੇ ਮੇਰਾ ਖਿਆਲ ਕਾਫੀ ਵੱਡਾ ਫਰਕ ਪਏਗਾ। ਹੁਣ ਜਿੱਦਾਂ ਸਿੱਧੂ ਸਾਹਿਬ ਨੇ ਵੀ ਕਿਹਾ ਰੇਤਾ ਦੀ ਕਾਰਪੋਰੇਸ਼ਨ ਬਣਾਉਣੀ ਹੈ, ਸ਼ਾਇਦ ਉਹ ਬਣ ਜੇ ਤੇ ਜਿਹੜਾ ਮਾਡਲ ਉਹ ਲੈ ਕੇ ਆਏ ਸ਼ਾਇਦ ਉਹ ਲਾਉਣਗੇ ਤੇ ਮੈਨੂੰ ਲੱਗਦਾ ਇੱਕ ਪ੍ਰੋਫਿਟ ਵੀ ਆਏਗਾ ਤੇ ਰੇਤਾ ਸਸਤੀ ਵੀ ਹੋਏਗੀ, ਦੋਵੇਂ ਕੰਮ ਹੀ ਹੋਣਗੇ। ਹੁਣ ਜੇ 70 ਸਾਲ ਵਿੱਚ ਭਾਰਤ ਦਾ ਵਿਕਾਸ ਹੋਇਆ, ਅਸੀਂ ਇਹ ਨਹੀਂ ਕਹਿੰਦੇ ਕਾਂਗਰਸ ਨੇ ਕੁਝ ਨਹੀਂ ਕੀਤਾ, ਪਰ ਜਿਹੜੀ ਵੰਡ ਦੀ ਰਾਜਨੀਤੀ ਹੈ ਇਹ ਤਾਂ ਕਾਂਗਰਸ ਨੇ ਬਣਾਈ ਹੈ ਨਾ। ਮੈਂ ਖੁੱਲ੍ਹ ਕੇ ਵੀ ਗੱਲ ਕਰਾਂਗੇ, ਜੱਟ ਸਿੱਖ ਮੁੱਖ ਮੰਤਰੀ ਰਹੇ ਤੇ ਪੰਜਾਬ ਸਕੂਲ ਕਿਉਂ ਨਹੀਂ ਬਣੇ ਸਾਰੇ? ਪੰਜਾਬ ਦਾ ਸਿਸਟਮ ਕੀ ਜੱਟਾਂ ਦੀਆਂ ਜੱਟ ਸੁਸਾਈਡ ਨਹੀਂ ਕਰ ਰਹੇ? ਚੰਨੀ ਸਾਹਿਬ ਨੇ ਕਿਹਾ ਹੈ ਕਿ ਵੀ ਮੁਲਾਜ਼ਮ ਇੰਨੇ ਵੇਲੇ ਤੋਂ ਇੰਨੇ ਲੋਕਾਂ ਦੀ ਗੱਲ ਸੁਣਨਗੇ, ਮੈਂ ਲੋਕਾਂ ਵਿੱਚ ਹਾਜ਼ਰ ਰਹਾਂਗਾ, ਮੈਂ ਆਪਣੇ ਦਫ਼ਤਰ ਬੈਠਾਂਗਾ। ਸੋ ਇਹ ਕਿੱਥੇ ਇਸ਼ਾਰਾ ਕੀਤਾ ਜਾ ਰਿਹਾ ਸੀ ਕਿ ਸਭ ਦੇ ਮਨ ਵਿੱਚ ਸੀਗਾ ਕਿ ਜੋ ਪਿਛਲੇ ਸੀਐਮ ਸੀ ਉਹ ਅਵੇਲੇਬਲ ਨਹੀਂ ਸੀ ਲੋਕਾਂ ਲਈ। ਜਿਹੜੇ ਅਸੀਂ ਕੇਸ ਪੰਜਾਬ ਦੇ ਬਰਗਾੜੀ ਦਾ ਕੇਸ ਹੈਗਾ ਜਾਂ ਨਸ਼ੇ ਦੀ ਜਿਹੜੀ ਫਾਈਲ ਨਹੀਂ ਖੁੱਲ ਰਹੀ, ਉਹਦੇ ਵਿੱਚ ਕਮਜ਼ੋਰੀ ਸੀਐਮ ਆਫਿਸ ਤੋਂ ਹੀ ਸੀਗੀ। ਤੁਸੀਂ ਪੱਕਾ ਕਹਿ ਰਹੇ ਹੋ ਕਿ ਅਗਲੇ ਮੁੱਖ ਮੰਤਰੀ ਕੈਂਡੀਡੇਟ ਨਵਜੋਤ ਸਿੱਧੂ ਨਹੀਂ ਹੋਣਗੇ, ਚੰਨੀ ਸਾਹਿਬ ਹੋਣਗੇ। ਕੇਬਲ ਮਾਫੀਆ ਕਹਿ ਲਓ, ਕੇਬਲ ਦੀ ਮੋਨੋਪੋਲੀ ਹੈਗੀ ਹੈ, ਟਰਾਂਸਪੋਰਟ ਦੀ ਹੈਗੀ ਹੈ। ਉਹ ਜਿਹੜਾ ਤੁਸੀਂ ਪ੍ਰੋਫਿਟੇਬਲ ਕਹਿੰਦੇ ਹੋ, ਉਹ ਪ੍ਰੋਫਿਟੇਬਲ ਸਿਸਟਮ ਇੱਦਾਂ ਵੰਡਿਆ ਹੋਇਆ ਹੈ ਕਿ ਜਿਹੜੇ ਕੰਮ ਦੀ ਸ਼ੁਰੂਆਤ ਚੰਗੀ ਤਰ੍ਹਾਂ ਹੋਈ ਸੀ ਨਵੀਂ ਕਾਂਗਰਸ ਸਰਕਾਰ ਤੋਂ 4 ਤੋਂ 4.5 ਸਾਲ ਪਹਿਲੇ, ਉਸ ਪ੍ਰੋਫਿਟੇਬਲ ਸਿਸਟਮ ਵਿੱਚ ਆ ਗਈ ਤੇ ਸਾਰੀ ਹੀ ਸਰਕਾਰ ਪ੍ਰੋਫਿਟ ਕਮਾਉਣ ਵਿੱਚ ਲੱਗ ਗਈ। ਸਾਨੂੰ ਇੱਕ ਪਾਸੇ 4.5 ਸਾਲ ਦੀ ਕਾਰਗੁਜ਼ਾਰੀ ਤੇ ਇੱਕ ਪਾਸੇ ਮੇਰੇ ਖਿਆਲ ਮੁਸ਼ਕਿਲ ਨਾਲ 4.5 ਮਹੀਨੇ ਦਾ ਵਕਤ ਹੈਗਾ। ਇਹ 4.5 ਮਹੀਨੇ ਤੋਂ ਕਿੰਨੀ ਆਸ ਹੈਗੀ? ਪੰਜਾਬ ਕਾਂਗਰਸ ਵਿੱਚ ਕਾਫੀ ਦੇਰ ਤੋਂ ਹਲਚਲ ਚੱਲ ਰਹੀ ਸੀ। ਅੰਦਰ ਦਾ ਵਿਰੋਧ ਸੀਗਾ ਜੋ ਬਾਰ-ਬਾਰ ਦਿੱਲੀ ਦੀ ਹਾਈਕਮਾਂਡ ਅੱਗੇ ਫੁੱਟ ਰਿਹਾ ਸੀਗਾ। ਹੁਣ ਉਸ ਨੂੰ ਥੋੜ੍ਹਾ ਜਿਹਾ ਕਾਬੂ ਕੀਤਾ ਗਿਆ ਹੈ, ਇੱਕ ਨਵਾਂ ਸੀਐਮ ਆਇਆ ਹੈ, ਪਰ ਅੱਜ ਫਿਰ ਇਹੋ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਇਸ ਪੂਰੀ ਸਥਿਤੀ ਨੂੰ ਸੰਭਾਲਿਆ ਗਿਆ ਹੈ, ਹੁਣੇ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਲੜਾਈਆਂ ਚੱਲਣੀਆਂ। ਸੋ ਸਾਡੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਲਈ ਐਮਪੀ ਸਾਹਿਬ ਗੁਰਦੀਪ ਔਜਲਾ ਜੀ ਨੇ। ਸਤਿ ਸ਼੍ਰੀ ਅਕਾਲ ਸਰ, ਸਾਡੇ ਕੋਲ ਆਉਣ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਜੋ ਜਿਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਕਾਂਗਰਸ ਮੁਕਤ ਭਾਰਤ ਦਾ ਨਾਰਾ ਭਾਜਪਾ ਹੈ ਦਾ ਸੀਗਾ, ਇਹ ਕੀ ਕਾਂਗਰਸ ਨੇ ਅਪਣਾ ਲਿਆ? ਉਹਨਾਂ ਨੇ ਆਪਣੇ ਮੰਨ ਲਿਆ ਕਿ ਅਸੀਂ ਆਪਣੇ ਆਪ ਨੂੰ ਖਤਮ ਕਰਕੇ ਹੀ ਸ਼ਾਂਤੀ ਲੈਣੀ ਹੈਗੀ ਹੈ? ਇਹਦੀ ਗੱਲ ਹੈ ਜੀ, ਜਿਸ ਐਂਗਲ ਤੋਂ ਤੁਸੀਂ ਕੋਈ ਬੰਦਾ ਸੋਚ ਰੱਖਦਾ ਉਸ ਐਂਗਲ ਤੋਂ ਉਹਨੂੰ ਉਹ ਚੀਜ਼ ਦੇਖ ਸਕਦੀ ਹੈ। ਪਰ ਜਿਹੜਾ ਫੈਸਲਾ ਕਾਂਗਰਸ ਪਾਰਟੀ ਨੇ ਇਸ ਵਾਰ ਤੁਸੀਂ ਪੰਜਾਬ ਦੇ ਵਿੱਚ ਕੀਤਾ ਹੈ, ਜਿਸ ਡੈਮੋਕ੍ਰੈਟਿਕ ਵੇ ਦੇ ਨਾਲ ਉਹਨਾਂ ਨੇ ਲੋਕਾਂ ਦੇ ਜਾਂ ਆਪਣੇ ਸਾਰੇ ਲੀਡਰ ਸਾਹਿਬਾਨ ਨੂੰ ਸੁਣ ਕੇ ਟਾਈਮ ਵੀ ਲਿਆ ਔਰ ਬੜਾ ਸੋਚ ਸਮਝ ਕੇ ਜਿਹੜਾ ਵਿਚਾਰ ਕੇ ਇਹ ਫੈਸਲਾ ਲਿਆ ਹੈ, ਤੁਸੀਂ ਨਹੀਂ ਮੰਨਦੇ ਕਿ ਇੱਕ ਰੈਵੋਲੂਸ਼ਨ ਹੈ? ਸਰ, ਰੈਵੋਲੂਸ਼ਨ ਜੇ ਪਹਿਲਾ ਫੈਸਲਾ ਆਉਂਦਾ, ਮੈਂ ਮੰਨਦੀ ਹਾਂ ਰੈਵੋਲੂਸ਼ਨ ਹੈ। ਇਹ ਰੈਵੋਲੂਸ਼ਨ ਨਹੀਂ ਹੈ ਕਿਉਂਕਿ 3 ਮਹੀਨੇ ਤੁਸੀਂ ਲਾਏ ਪਹਿਲੇ ਆਪਣੇ ਵਿਧਾਇਕਾਂ ਨੂੰ ਸੁਣਦੇ ਹੋਏ, ਜਦ ਤੱਕ ਸਰਕਾਰ ਤਕਰੀਬਨ ਠੱਪ ਪਈ ਸੀ। ਸਾਰੇ ਵਿਧਾਇਕ ਦਿੱਲੀ ਜਾ ਰਹੇ, ਲੜਾਈ ਕਰ ਰਹੇ, ਆਪਸ ਵਿੱਚ ਕਰ ਰਹੇ। ਉਸ ਤੋਂ ਬਾਅਦ ਜਦ ਫੈਸਲਾ ਆਇਆ ਤਾਂ ਸੁਨੀਲ ਜਾਖੜ ਜੀ ਦਾ ਨਾਮ ਆਇਆ। 20 ਘੰਟਿਆਂ ਵਿੱਚ ਉਹ ਬਦਲ ਕੇ ਰੰਧਾਵਾ ਜੀ ਦਾ ਨਾਮ ਹੋਇਆ। 2 ਘੰਟੇ ਬਾਅਦ ਬਦਲ ਕੇ ਤੀਜੀ ਆਪਸ਼ਨ
ਜੋ ਅੱਜ ਚੰਨੀ ਸਾਹਿਬ ਆਏ ਨੇ। ਸੋ ਇਹ ਡੈਮੋਕ੍ਰੇਸੀ ਨਹੀਂ ਹੁੰਦੀ। ਜੇ ਡੈਮੋਕ੍ਰੇਸੀ ਅਸੀਂ ਮੰਨੀਏ ਤਾਂ ਜਾਂ ਤਾਂ ਅਸੀਂ ਬੋਲੋ ਹਾਈ ਕਮਾਂਡ ਹੈਗਾ ਕਿ ਵੀ ਅਸੀਂ ਡਿਸਾਈਡ ਕਰ ਲਿਆ ਜਾਖੜ ਜੀ ਨੂੰ ਕਰਨਾ ਹੈਗਾ, ਫਿਰ ਤੁਸੀਂ ਆਪਣੇ ਵਿਧਾਇਕਾਂ ਦੀ, ਤੁਸੀਂ ਕਹਿੰਦੇ ਹੋ ਲੋਕਤੰਤਰ ਹੈ, ਵਿਧਾਇਕਾਂ ਦੀ ਵੋਟਾਂ ਲਈਆਂ, ਉਹ 'ਚੋਂ ਆਈ ਥਿੰਕ ਅਬਾਊਟ 50 ਤੋਂ ਵੱਧ ਵੋਟਾਂ ਰੰਧਾਵਾ ਜੀ ਨੂੰ ਪਈਆਂ। ਸੋ ਉਹ ਡੈਮੋਕ੍ਰੇਸੀ ਹੁੰਦੀ ਚ ਮੰਨਦੇ, ਪਰ ਤੁਸੀਂ ਫਿਰ ਇਹ ਤੁਸੀਂ ਜਿਹੜੀ ਵੰਡ ਦੀ ਪੋਲੀਟਿਕਸ ਖੇਡੀ ਹੈ ਕਿ ਤੁਸੀਂ ਇੱਕ ਦਲਿਤ ਨੂੰ ਸੀਐਮ ਲਾ ਕੇ, ਮੈਂ ਉਹਨਾਂ ਦਾ ਕੱਦ ਬਹੁਤ ਉੱਚਾ ਮੰਨਦੀ ਹਾਂ ਸਿਵਾਏ ਇਸ ਕਿ ਵੀ ਇਸ ਉਹਨਾਂ ਨੂੰ ਸਿੱਕੋੜਿਆ ਨਾ ਜਾਏ ਕਿ ਵੀ ਇਹ ਉਹ ਜਾਤ ਦੇ ਨੇ, ਪਰ ਤੁਸੀਂ ਜਿਹੜੀ ਤੁਹਾਡੀ ਹਾਈ ਕਮਾਂਡ ਵੱਲੋਂ ਜਿਹੜਾ ਖੇਡ ਖੇਡੀ ਗਈ ਹੈ ਇਹ ਤਾਂ ਇੱਕ ਸਿਰਫ ਅੰਕੜਿਆਂ ਦਾ ਖੇਡ ਹੈਗਾ। ਔਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਅਗਲਾ ਸੀਐਮ ਸਾਡਾ ਨਵਜੋਤ ਸਿੰਘ ਸਿੱਧੂ ਹੋਏਗਾ। ਕੁਝ ਚੀਜ਼ਾਂ ਜਿਹੜੀਆਂ ਨੇ ਨਾ, ਜਿਸ ਤਰੀਕੇ ਦਾ ਯੁੱਗ ਚੱਲ ਰਿਹਾ, ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਹਰ ਕੋਈ ਬਹੁਤ ਐਕਟਿਵ ਹੈ ਤੇ ਹਰ ਕੋਈ ਮੀਡੀਆ ਪਰਸਨ ਵੀ ਚਾਹੁੰਦਾ ਕਿ ਕੋਈ ਨਾ ਕੋਈ ਨਵੀਂ ਚੀਜ਼ ਦਿੱਤੀ ਜਾਵੇ। ਤੁਸੀਂ ਦੇਖੋ ਕਿ ਗੱਲ ਕੁਝ ਵੀ ਨਹੀਂ ਹੁੰਦੀ ਜੇ ਤੇ ਕਿਸੇ ਹਾਈ ਕਮਾਂਡ ਦੇ ਕਿਸੇ ਲੀਡਰ ਨੇ ਅਨਾਉਂਸ ਕੀਤਾ ਕਿਸੇ ਨੂੰ, ਉਸ ਤੋਂ ਬਾਅਦ ਵਾਪਸ ਲੈਣਾ ਪਿਆ। ਜਿਵੇਂ ਤੁਸੀਂ ਕਹਿ ਲਓ ਕਿ ਸਾਡੇ ਇੰਚਾਰਜ ਹਰੀਸ਼ ਰਾਵਤ ਹੋਣਾ ਕੋਈ ਨਾ ਅਨਾਉਂਸ ਕਰਕੇ ਵਾਪਸ ਲਿਆ, ਫਿਰ ਤੇ ਆ ਜਿਹੜੀ ਤੁਸੀਂ ਗੱਲ ਕਹੀ ਇਹ ਮੰਨ ਸਕਦੇ। ਹੁਣ ਇਨਰ ਪਾਰਟੀ ਘਰ ਦੇ ਵਿੱਚ ਵੀ ਕਈ ਵਾਰ ਅਸੀਂ ਕੋਈ ਭੈਣ ਭਰਾ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤੇ 50 ਗੱਲਾਂ ਬਾਤਾਂ ਅਸੀਂ ਕਰਦੇ ਹਾਂ, ਔਰ ਫਾਈਨਲ ਹੋਣ ਤੱਕ ਉਹ ਕਈ ਗੱਲਾਂ ਦੇ ਪੜਾਵਾਂ ਤੇ ਸੋਚਿਆ ਜਾਂਦਾ ਹੈ। ਜੇ ਤੇ ਕਿਸੇ ਜਿਹੜੇ ਇਹ ਅਬਜ਼ਰਵਰ ਆਏ ਸੀ, ਜੇ ਤੇ ਉਹਨਾਂ ਦੇ ਮੂੰਹ ਇਹ ਗੱਲ ਨਿਕਲੀ ਹੋਵੇ ਕਿ ਜਾਖੜ ਸਾਹਿਬ ਸੀ, ਜਾਂ ਉਹਨਾਂ ਕੋਈ ਅਨਾਉਂਸਮੈਂਟ ਜਾਂ ਉਹਨਾਂ ਜਿਵੇਂ ਕੀਤਾ, ਜਿਵੇਂ ਟਵੀਟ ਕੀਤਾ ਇਹਦੇ ਵਾਸਤੇ ਸ਼੍ਰੀ ਆਪਣੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਰਨਜੀਤ ਚੰਨੀ ਜੀ ਨੇ, ਜੇ ਹਜੇ ਕੋਈ ਕੀਤਾ ਹੋਵੇ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਾਂ। ਉਹ ਜਿਹੜੀਆਂ ਕਿਆਸ ਰਾਈਆਂ ਹੁੰਦੀਆਂ ਨੇ, ਉਹ ਕਿਆਸ ਰਾਈਆਂ ਹਰ ਪਰਿਵਾਰ ਦੇ ਵਿੱਚ ਵੀ ਧੜੇਬੰਦੀ ਹੁੰਦੀ ਆ। ਤੁਸੀਂ ਆਪਣਾ ਇੰਨਾ ਵੱਡਾ ਮੀਡੀਆ ਹਾਊਸ ਚਲਾਉਂਦੇ ਜੇ, ਇਹਦੇ ਵਿੱਚ ਵੀ ਨਿੱਕੇ ਨਿੱਕੇ ਗੁੱਟਾਂ 'ਚ ਸਿਸਟਮ ਹੁੰਦਾ ਆ, ਪਿੰਡਾਂ ਦੇ ਵਿੱਚ ਵੀ ਇਹ ਸਿਸਟਮ ਹੈਗਾ ਆ। ਜਿਹੜਾ ਜਿਹਨੂੰ ਸਪੋਰਟ ਕਰਦਾ ਉਹਨੂੰ, ਜਿਵੇਂ ਮੈਂ ਕਿਸੇ ਨੂੰ ਸਪੋਰਟ ਕਰਦਾ ਮੈਨੂੰ ਲੱਗਦਾ ਕਿ ਇਹ ਬਣ ਰਿਹਾ, ਜੇ ਨਹੀਂ ਬਣ ਰਿਹਾ ਤੇ ਕਿਉਂ ਨਹੀਂ ਬਣ ਰਿਹਾ। ਨੈਗੇਟਿਵ ਪੋਜ਼ਿਟਿਵ ਨਾਲ ਇਹ ਚੀਜ਼ਾਂ ਚੱਲਦੀਆਂ ਨੇ, ਪਰ ਫਾਈਨਲ ਪਹੁੰਚਣ ਤੱਕ ਇਹਨੂੰ ਬਿਲਕੁਲ ਤੁਸੀਂ ਵੇਖੋਗੇ ਕਿ ਇਹਨਾਂ ਦਾ ਅੱਜ ਚਰਨਜੀਤ ਚੰਨੀ ਜੀ ਨੂੰ ਜਿਹੜੇ ਕਿ ਇੱਕ ਛੋਟੇ ਤਬਕੇ ਤੋਂ, ਛੋਟੇ ਪਰਿਵਾਰ ਤੋਂ ਉੱਠ ਕੇ ਮੁੱਖ ਮੰਤਰੀ ਬਣੇ ਨੇ, ਇਹਦਾ ਮੈਸੇਜ ਵੇਖੋ ਨਾ ਜੀ ਕਿੱਡਾ ਵੱਡਾ ਹੈ। ਨਹੀਂ ਪਰ ਮੇਰੀ ਸਿਰਫ ਇਹ ਕਹਿਣਾ ਕਿ ਇਹ ਜੋ ਤੁਹਾਡੇ ਤੋਂ ਐਡਾ ਵੱਡਾ ਕੰਮ ਹੋਇਆ ਹੈ ਇਹ ਅਣਜਾਣੇ ਹੋਇਆ, ਜਾਣੇ ਨਹੀਂ ਹੋਇਆ। ਤੁਸੀਂ ਦਲਿਤ ਕਾਰਡ ਭੇਜਿਆ, ਆਈ ਥਿੰਕ ਉਹ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਵਿੱਚ ਕਿੰਨੀ ਕਾਬਲੀਅਤ ਹੈ। ਬਿਕੋਜ਼ ਮੈਂ ਤਕਨੀਕੀ ਐਜੂਕੇਸ਼ਨ ਤੇ ਇੱਕ ਕਨਕਲੇਵ ਕਰਨ ਲੱਗੀ ਸੀ, ਤਾਂ ਉਹਦੇ ਵਿੱਚ ਕਾਫੀ ਮੈਂ ਪਿੰਡਾਂ ਵਿੱਚ ਜਾ ਕੇ ਜੋ ਬਣੇ ਤਾਂ ਮੈਂ ਉਹਨਾਂ ਦੀ ਕਾਬਲੀਅਤ ਸਮਝਦੀ ਹਾਂ। ਸੋ ਮੈਂ ਉਹ ਤੇ ਨਹੀਂ ਆ ਰਹੀ, ਬਟ ਆਮ ਜਸਟ ਸੇਇੰਗ ਜੋ ਹੋਇਆ ਅਣਜਾਣੇ ਵਿੱਚ ਹੋਇਆ, ਕਿਉਂਕਿ ਮਨਪ੍ਰੀਤ ਬਾਦਲ ਵੱਲੋਂ ਇਹ ਦਲਿਤ ਵੋਟ ਦਾ ਖੇਡਿਆ ਗਿਆ ਕਿ ਉਹ ਜਦੋਂ ਵੀ ਸਾਰੇ ਜੱਟ ਨਹੀਂ ਮੰਨ ਰਹੇ ਸੀ, ਪਰ ਨਾਲ ਨਾਲ ਤੁਸੀਂ ਇਹ ਤਾਂ ਕਹਿਤਾ ਨਾ ਕਿ ਵੀ ਅਗਲਾ ਸਾਡਾ ਮੁੱਖ ਮੰਤਰੀ ਕੈਂਡੀਡੇਟ ਉਹ ਤਾਂ ਨਵਜੋਤ ਸਿੰਘ ਸਿੱਧੂ ਹੋਣਗੇ। ਪਹਿਲੀ ਮੈਂ ਤੁਹਾਡੇ ਨਾਲ ਗੱਲ ਦੱਸਦਾ, ਜਿਹੜਾ ਚੰਨੀ ਜੀ ਦਾ ਨਾ, ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਬੜਾ ਵਿਚਾਰ ਕੇ ਹਰ ਪੱਖ ਤੋਂ ਉਹਨਾਂ ਦੀ ਐਜੂਕੇਸ਼ਨ ਨੂੰ ਦੇਖ ਕੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਸ ਲੈਵਲ ਦਾ ਹੋਣਾ ਚਾਹੀਦਾ, ਦੋ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਨੇ ਉਹਨਾਂ ਕੋਲ, ਫਿਰ ਉਹਨਾਂ ਨੇ LLB ਕੀਤੀ ਹੈ, ਤੁਹਾਡੇ ਸਾਹਮਣੇ ਵਕਾਲਤ ਕੀਤੀ ਹੈ, PhD ਉਹ ਕਰਨ ਜਾ ਰਹੇ ਆ। ਸਾਰੀਆਂ ਪੱਖ ਦੇਖੋ ਨਾ। ਔਰ ਜਿੱਥੋਂ ਤੱਕ ਤੁਸੀਂ ਕਹਿ ਰਹੇ ਨਾ ਕਿ ਨਵਜੋਤ ਸਿੱਧੂ ਜੀ ਦਾ ਨਾਂ, ਉਹ ਵੀ ਵਰਿਸ਼ਠ ਨੇਤਾ ਨੇ, ਔਰ ਤੁਹਾਡੇ ਸਾਹਮਣੇ ਪਾਰਟੀ ਨੇ ਕਿਹਾ ਕਿ ਜਿੱਥੋਂ ਤੱਕ ਸਾਡਾ ਪਾਰਟੀ ਦਾ ਸਵਾਲ ਹੈ, ਸਾਡੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹ ਨਵਜੋਤ ਸਿੱਧੂ ਜੀ ਹੋਣਗੇ, ਤੇ ਜਿਹੜੇ ਕਾਂਗਰਸ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਚੰਨੀ ਜੀ ਹੋਣਗੇ। ਦੋਵੇਂ ਕੱਦ ਵੱਡੇ ਨੇ। ਹੁਣ ਕਿਹਨੂੰ ਮਾਈਨਸ ਕਰਕੇ ਤੁਸੀਂ ਦੇਖ ਸਕਦੇ? ਕਿਸੇ ਨੂੰ ਨਹੀਂ ਦੇਖ ਸਕਦੇ। ਸੋ ਇਸ ਵੇਲੇ ਇਹ ਤੁਸੀਂ ਪੱਕਾ ਕਹਿ ਰਹੇ ਹੋ ਕਿ ਅਗਲੇ ਮੁੱਖ ਮੰਤਰੀ ਕੈਂਡੀਡੇਟ ਨਵਜੋਤ ਸਿੰਘ ਸਿੱਧੂ ਨਹੀਂ ਹੋਣਗੇ, ਚੰਨੀ ਸਾਹਿਬ ਹੋਣਗੇ? ਨਹੀਂ, ਮੈਂ ਕੌਣ ਹੁੰਦਾ ਜੀ ਕਹਿਣ ਵਾਲਾ? ਇਹ ਫੈਸਲਾ ਤੇ ਹਾਈ ਕਮਾਂਡ ਕਰਦੀ ਹੈ, ਮੇਰੇ ਤੇ ਇਹ ਦਾਇਰੇ ਥੱਲੇ ਵੀ ਨਹੀਂ ਆਉਂਦਾ। ਔਰ ਨਾ ਮੈਂ ਇਹਦੇ ਬਾਰੇ ਕਿਸੇ ਨਾਲ ਪਬਲਿਕ, ਨਾ ਮੈਂ ਇਸ ਬਾਰੇ ਕਿਤੇ ਮੀਡੀਆ ਪਲੇਟਫਾਰਮ ਤੇ ਕਿਸੇ ਨਾਲ ਗੱਲ ਕਰ ਸਕਦਾ। ਮੇਰੇ ਮਨ 'ਚ ਕੋਈ ਗੱਲ ਹੋਊਗੀ, ਜ਼ਰੂਰ ਹੁੰਦੀਆਂ ਨੇ, ਹਰ ਇੱਕ ਦੇ ਮਨ 'ਚ ਹੁੰਦੀਆਂ ਨੇ। ਆਪੋ ਆਪਣੇ ਜਿਹਨੂੰ ਕੋਈ ਜਿਹੜੇ ਐਂਗਲ ਤੋਂ ਠੀਕ ਲੱਗਦਾ ਹੈ ਉਹਦੇ ਬਾਰੇ ਗੱਲ ਕਰਦਾ ਹੈ, ਉਹ ਜ਼ਰੂਰ ਰੱਖਾਂਗੇ, ਜਿੱਥੇ ਕਿਤੇ ਲੋੜ ਹੋਏਗੀ ਹਾਈ ਕਮਾਂਡ ਦੇ ਰੱਖਾਂਗੇ। ਪਰ ਜੋ ਹਾਈ ਕਮਾਂਡ ਫੈਸਲਾ ਕਰਦੀ ਹੈ ਉਹਦੇ ਤੇ ਸਾਰੇ ਲੋਕ, ਕਾਂਗਰਸ ਪਾਰਟੀ ਤੁਸੀਂ ਦੇਖ ਹੀ ਲਿਆ, ਚੰਨੀ ਸਾਹਿਬ ਨਾਲ ਸਾਰੇ ਇਕੱਠੇ ਗਏ ਆ। ਸਾਰਿਆਂ ਨੂੰ ਜਾਣਾ ਵੀ ਚਾਹੀਦਾ ਹੈ, ਚਾਹੇ ਨਵਜੋਤ ਸਿੱਧੂ ਜੀ ਦਾ ਹੋ ਜਾਏ, ਚਾਹੇ ਚੰਨੀ ਜੀ ਦਾ ਹੋ ਜਾਏ, ਚਾਹੇ ਜੋ ਵੀ ਕਰਨਾ ਫੈਸਲਾ। ਜਿਵੇਂ ਜਾਖੜ ਜੀ ਦਾ ਗੁੱਸਾ ਬਾਹਰ ਆਇਆ ਹੈ, ਉਹਨਾਂ ਨੂੰ ਚੋਟ ਬੜੀ ਲੱਗੀ ਹੈ, ਬਿਕੋਜ਼ ਉਹਨਾਂ ਨੂੰ, ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਮੰਨਦੇ ਆ। ਤਾਂ ਕਈ ਵਾਰੀ ਅਸੀਂ ਆਪ ਕਹਿੰਦੇ ਹਾਂ ਕਿ ਜਿੰਨੀ ਸਿੱਖੀ ਉਹਨਾਂ ਵਿੱਚ ਹੈ ਸ਼ਾਇਦ ਕਿਸੇ ਹੋਰ ਵਿੱਚ ਘੱਟ ਹੈਗੀ ਹੈ, ਇੱਕ ਗੁਰਸਿੱਖ ਵਿੱਚ ਘੱਟ ਹੋਣੀ ਜਿੰਨੀ ਉਹਨਾਂ ਨੂੰ ਜਾਣਕਾਰੀ ਹੈਗੀ ਹੈ। ਉਹਨਾਂ ਨੂੰ ਬੜਾ ਦਿਲ ਤੇ ਠੇਸ ਲੱਗਦੀ ਕਿ ਇੱਕ ਇਹ ਕਹਿ ਕੇ ਕਿ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੋ ਸਕਦਾ, ਅੰਬਿਕਾ ਸੋਨੀ ਵੱਲੋਂ ਕਿਹਾ ਗਿਆ ਹੈਗਾ। ਸੋ ਇਹ ਚੀਜ਼ਾਂ ਪਹਿਲਾਂ 3 ਮਹੀਨੇ ਸੀਗੇ ਤੁਹਾਡੇ ਕੋਲ ਇਹ ਸਮਝਣ ਲਈ ਹਾਈ ਕਮਾਂਡ ਕੋਲ। ਸੋ ਅੱਜ ਕਿੱਥੇ ਤੁਸੀਂ ਪੰਜਾਬ ਦੀ ਗੱਲ ਛੱਡੋ, ਥੋੜੀ ਜਿਹੀ ਆਵਾਜ਼ ਰਾਜਸਥਾਨ ਵਿੱਚ ਆਉਣੀ ਸ਼ੁਰੂ ਹੋ ਗਈ ਹੈ, ਤੁਹਾਡੇ ਕੋਲ 1-2 ਸੂਬੇ ਤਾਂ ਰਹਿ ਗਏ।
ਨਹੀਂ ਦੇਖੋ, ਮੈਂ ਜਿਹੜੀ ਸੂਬੇ ਜਾਂ ਸਰਕਾਰ ਬਣਨੀ ਬਣਾਉਣੀ ਇਹ ਤੇ ਲੋਕਾਂ ਦਾ ਅਧਿਕਾਰ ਖੇਤਰ ਹੈ, ਲੋਕਾਂ ਨੇ ਦੇਖਣਾ। ਜੇ ਕੋਈ ਚੰਗੇ ਕੰਮ ਕਰਾਂਗੇ ਸਾਨੂੰ ਬਣਾਉਣਗੇ, ਨਹੀਂ ਕਰਾਂਗੇ ਜਿਹਨੂੰ ਲੋਕ ਚੰਗਾ ਸਮਝਦੇ ਉਹਨੂੰ ਵੋਟ ਕਰਦੇ ਨੇ। ਇਹ ਤੇ ਇੱਕ ਸੰਵਿਧਾਨਿਕ ਅਧਿਕਾਰ ਹੈ। ਜਿੱਥੋਂ ਤੱਕ ਜਾਖੜ ਸਾਹਿਬ ਜੀ ਦਾ ਗੁੱਸਾ, ਦੇਖੋ ਜਾਖੜ ਸਾਹਿਬ ਕੋਈ ਸ਼ੱਕ ਨਹੀਂ ਇਹਦੇ 'ਚ ਕਿ ਬਹੁਤ ਵਧੀਆ, ਜਿਵੇਂ ਆਪੋਜੀਸ਼ਨ ਲੀਡਰ ਵੀ ਰਹੇ ਆ, ਬਹੁਤ ਵਧੀਆ। ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੈ ਲੋਕ ਸਭਾ ਦੇ ਵਿੱਚ, ਤੇ ਹਮੇਸ਼ਾ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿੱਥੇ ਵੀ ਕਿਤੇ ਅਸੀਂ ਕੋਈ ਗੱਲ ਕੋਈ ਮੁੱਦਾ ਹੁੰਦਾ ਸੀ, ਔਰ ਉਹਨਾਂ ਦਾ ਬੜਾ ਨਪਿਆ ਤੁਲਿਆ ਜਾ ਔਰ ਬੜਾ ਧਾਕੜ ਤਰੀਕੇ ਦੇ ਨਾਲ ਉਹਦੇ ਤੇ ਮਤਲਬ ਪਹਿਰਾ ਦਿੰਦੇ ਸੀ ਜਾਂ ਉਹਨੂੰ ਐਕਸਪਲੇਨ ਕਰਦੇ ਸੀ। ਉਹਨਾਂ ਦਾ ਬੜਾ ਤਜਰਬਾ ਹੈ। ਕੁਦਰਤੀ ਗੱਲ ਹੈ, ਆੜਾ ਵਰਗੀਕਰਨ ਵਾਲਾ ਸਿਸਟਮ ਚੱਲ ਪਿਆ ਨਾ। ਮੈਂ ਅਫਸੋਸ ਹੈ ਇਸ ਗੱਲ ਦਾ ਕਿ ਸਾਨੂੰ ਨਾ ਤੇ ਦਲਿਤ ਦੇ ਨਾਂ ਤੇ ਕੋਈ ਗੱਲ ਹੋਣੀ ਚਾਹੀਦੀ ਹੈ, ਨਾ ਹਿੰਦੂ ਦੇ ਨਾਂ ਤੇ ਹੋਣੀ ਚਾਹੀਦੀ, ਨਾ ਸਿੱਖ ਦੇ ਨਾਂ ਤੇ। ਮੈਂ ਸਮਝਦਾ ਜਿਹੜਾ ਪੰਜਾਬ ਨੂੰ ਚੰਗਾ ਚਲਾ ਸਕਦਾ ਉਹਨੂੰ ਅੱਗੇ ਆਉਣਾ ਚਾਹੀਦਾ, ਤੇ ਉਹਨੂੰ ਕਦੀ ਵੀ ਇਸ ਚੀਜ਼ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਪਰ ਬਦਕਿਸਮਤੀ ਇਸ ਗੱਲ ਦੀ ਹੈ ਕਿ ਵਰਗੀਕਰਨ ਇੰਨਾ ਭਾਰੀ ਪਹਿਲਾਂ ਦੂਸਰੀਆਂ ਸਟੇਟਾਂ 'ਚ ਸੀ, ਉਹਨੇ ਸਾਡੇ ਵੱਲ ਵੀ ਤੁਰਿਆ। ਹੁਣ ਇਹ ਤੋਂ ਸ਼ੁਰੂ ਕੀਤਾ, ਜਿਵੇਂ ਸੁਖਬੀਰ ਬਾਦਲ ਜੀ ਹੁਣ ਉਹਨਾਂ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਅਨਾਉਂਸ ਕਰਤਾ ਕਿ ਅਸੀਂ ਅਗਰ ਜਿਹੜੀ ਦਲਿਤ ਚਿਹਰਾ ਬਣਾਵਾਂਗੇ। ਫਿਰ ਉਹਨਾਂ ਨੂੰ 2 ਦਿਨਾਂ ਬਾਅਦ ਕਹਿਤਾ ਜੀ ਅਸੀਂ ਡਿਪਟੀ ਸੀਐਮ ਦਲਿਤ ਚਿਹਰੇ ਦੇ ਨਾਲ ਇੱਕ ਡਿਪਟੀ ਸੀਐਮ ਹਿੰਦੂ ਵੀ ਲਾਵਾਂਗੇ। ਭਾਈ ਜੇ ਤੁਸੀਂ ਇੰਨੀ ਸਮਝ ਰੱਖਦੇ ਸੋ ਤੇ ਤੁਸੀਂ 10 ਸਾਲ ਕੰਮ ਕਰਦੇ ਹੋ। ਦੂਸਰੀ ਗੱਲ, ਤੁਹਾਡੇ ਕੋਲ ਬਹੁਤ ਇੱਕ ਜ਼ਰੂਰੀ ਨਹੀਂ ਕਿ ਤੁਹਾਡਾ ਪਰਿਵਾਰ ਹੀ ਬਹੁਤ ਤਜਰਬੇਕਾਰ ਹੈ, ਹੋਰ ਵੀ ਤਜਰਬੇਕਾਰ ਲੀਡਰ ਤੁਹਾਡੇ ਅਕਾਲੀ ਦਲ 'ਚ ਹੋਣਗੇ। ਕਿਉਂ ਨਹੀਂ ਮੌਕਾ ਦਿੰਦੇ ਤੁਸੀਂ? ਅਸੀਂ ਰਾਜਨੀਤਿਕ ਪਾਰਟੀਆਂ ਤੇ ਸਮਾਜ ਨੂੰ ਸੁਧਾਰਨ ਵਾਸਤੇ ਬਣੀ ਹੈ ਨਾ, ਕਿ ਜਿਹੜਾ ਸਮਾਜ ਦਾ ਤੰਤਰ ਹੈ, ਮੁਹੱਲੇ, ਗਲੀਆਂ, ਸਾਡੀ ਐਜੂਕੇਸ਼ਨ, ਸਾਡੀ ਇੰਡਸਟਰੀ, ਜੋ ਵੀ ਸਿਸਟਮ ਹੈ ਸਾਡੇ ਇੱਕ ਪਰਿਵਾਰ ਨੂੰ ਚਾਹੀਦਾ ਹੈ, ਉਹਨੂੰ ਪੁੱਜਦਾ ਕਰਨ ਵਾਸਤੇ, ਲਾਅ ਐਂਡ ਆਰਡਰ ਸਹੀ ਰੱਖਣ ਵਾਸਤੇ ਬਣੀਆਂ ਨੇ ਨਾ। ਇਹਦੇ ਵਾਸਤੇ ਮੁੱਖ ਮੰਤਰੀ ਬਣਦੇ ਨੇ ਨਾ। ਮੈਂ ਇਹ ਪੁੱਛਣਾ ਚਾਹੁੰਦਾ, 10 ਸਾਲ ਦੀਆਂ ਸੁਖਬੀਰ ਹੋਣੀ 10 ਸਾਲ ਦੀਆਂ ਪ੍ਰਾਪਤੀਆਂ ਦੱਸ ਕੇ ਕਿਉਂ ਨਹੀਂ ਰਾਜ ਕਰਦੀ ਵੀ ਅਸੀਂ 10 ਸਾਲ ਆਹ ਕੀਤਾ ਸੀ, ਤੁਹਾਡੇ ਕੋਲ ਨਹੀਂ ਹੋਇਆ? ਦੱਸਣ ਬਿਲਕੁਲ ਠੀਕ ਗੱਲ ਹੈ। ਦੇਖੋ ਤੁਲਨਾ ਕਰਨੀ ਚਾਹੀਦੀ ਹੈ, ਪਰ ਤੁਲਨਾ ਕਦੀ ਵਰਗੀਕਰਨ ਦੇ ਜਾਂ ਜਾਤ ਦੇ ਆਧਾਰ ਤੇ ਨਹੀਂ ਕਰਨੀ ਚਾਹੀਦੀ। ਦੇਖੋ ਇਹ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਗੱਲ ਹੈ, ਮੈਨੂੰ ਵੀ ਇਸ ਗੱਲ ਦਾ ਮਤਲਬ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਦੇਖੋ, ਅਸੀਂ ਚੰਨੀ ਜੀ ਨੂੰ ਇੱਕ ਮੇਰੇ ਪਰਿਵਾਰ, ਅਸੀਂ ਵੀ ਗਰੀਬ ਪਰਿਵਾਰ ਤੋਂ, ਮੈਂ ਵੀ ਗਰੀਬ ਪਰਿਵਾਰ ਤੋਂ ਨਿਕਲਿਆ, ਮੈਂ ਵੀ ਫਸਟ ਟਾਈਮ MP ਮੈਨੂੰ ਪਾਰਟੀ ਨੇ ਬਣਾਇਆ। ਇਸੇ ਤਰ੍ਹਾਂ ਹੋਰ ਵੀ ਬਹੁਤ ਨੇ। ਅਸੀਂ ਜਦੋਂ ਉਹਨੂੰ ਕਿਸੇ ਉਹਦੇ ਭਾਈਚਾਰੇ ਨਾਲ ਜੋੜ ਕੇ ਜਦੋਂ ਗੱਲ ਕਰਦੇ ਆ ਨਾ, ਠੀਕ ਹੈ, ਇੱਕ ਭਾਈਚਾਰੇ 'ਚ ਖੁਸ਼ੀ ਤਾਂ ਹੋਈ ਹੋਊਗੀ, ਕਿਉਂਕਿ ਇਹਨੂੰ ਆਪਾਂ ਇਹ ਤੋਂ ਮੁੱਖ ਵੀ ਨਹੀਂ ਮੋੜ ਸਕਦੇ ਕਿ ਵਰਗੀਕਰਨ ਹੇਠਲੇ ਲੈਵਲ ਤੇ ਬਹੁਤ ਵੱਡੇ ਤਰ੍ਹਾਂ ਜਕੜ ਮਜ਼ਬੂਤ ਇਹਦੀ ਹੋ ਚੁੱਕੀ ਹੈ, ਤੇ ਉਹ ਉੱਥੇ ਖੁਸ਼ੀ ਜ਼ਰੂਰ ਹੋਈ ਹੋਊਗੀ। ਪਰ ਕਿਤੇ ਨਾ ਕਿਤੇ ਇੱਕ ਇੰਨਾ ਪੜ੍ਹਿਆ ਲਿਖਿਆ ਬੰਦਾ ਜਦੋਂ ਮੁੱਖ ਮੰਤਰੀ ਬਣਦਾ, ਜਦੋਂ ਉਹਨੂੰ ਇਸ ਚੀਜ਼ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਤੇ ਮੈਨੂੰ ਅਫਸੋਸ ਹੁੰਦਾ ਹੈ, ਕਿਉਂਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਚੰਨੀ ਸਾਹਿਬ ਕੰਮ ਕਰ ਰਹੇ, ਬੈਸਟ ਮੁੱਖ ਮੰਤਰੀ ਸਾਹਿਬ ਤੋਂ ਪੰਜਾਬ ਦੇ। ਫਿਰ ਤੁਸੀਂ ਅਕਾਲੀ ਦਲ ਦੇ ਬਾਰੇ ਕਹਿ ਰਹੇ ਕਿ ਉਹਨਾਂ ਨੇ 10 ਸਾਲ ਜੋ ਕੰਮ ਕੀਤਾ, ਅੱਜ ਤੁਸੀਂ ਕੀ ਇਸ ਚੇਂਜ ਬਾਅਦ ਮੰਨਦੇ ਹੋ ਕਿ ਪਿਛਲੇ 4.5 ਸਾਲ ਵਿੱਚ ਜੋ ਲੋਕ ਕਹਿ ਰਹੇ ਨੇ ਕਿ ਜੋ ਲੋਕਾਂ ਦੀਆਂ ਉਮੀਦਾਂ ਸੀ ਕਾਂਗਰਸ ਤੋਂ, ਜੋ ਮੈਨੀਫੈਸਟੋ ਦੇ ਪ੍ਰੋਮਿਸ ਸੀ, ਉਹ ਤੇ ਖਰੇ ਨਹੀਂ ਉਤਰੇ, ਤੇ ਜਿਹੜੇ ਤੁਹਾਡੇ ਮੁੱਖ ਮੰਤਰੀ ਸੀਗੇ, ਬਿਕੋਜ਼ ਤੁਸੀਂ ਕੈਪਟਨ ਅਮਰਿੰਦਰ ਤੇ ਕਾਫੀ ਕਲੋਜ਼ ਸੀਗੇ, ਤੁਸੀਂ ਉਹਨਾਂ ਦੇ ਨਾਲ ਖੜੇ ਰਹੇ ਹੋ, ਸਾਰੀ ਲੜਾਈ ਵਿੱਚ ਤੁਸੀਂ ਉਹਨਾਂ ਦੇ ਨਾਲ ਰਹੇ ਹੋ। ਕੀ ਅੱਜ ਤੁਸੀਂ ਮੰਨਦੇ ਹੋ ਕਿ ਇਹ ਚੇਂਜ ਜੋ ਆਈ ਹੈ, ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਤੁਹਾਡੀ 4.5 ਸਾਲ ਦੀ ਸਰਕਾਰ ਜਿਹੜੀ ਸੀ ਉਸਨੇ ਕੰਮ ਨਹੀਂ ਕੀਤਾ? ਦੇਖੋ ਜਿਹੜਾ 4.5 ਸਾਲ ਕੰਮ ਦੀ ਗੱਲ ਹੈ ਨਾ, ਇਹਦੇ 'ਚ 2 ਸਾਲ ਤੇ ਤੁਹਾਡੇ ਕਰੋਨਾ ਦੇ ਕਰਕੇ ਸਾਰਾ ਸਿਸਟਮ ਹੀ ਆਲ ਓਵਰ ਸਾਰੀ ਦੁਨੀਆ 'ਚ ਹੀ ਠੱਪ ਹੋ ਗਿਆ। ਸਰਕਾਰ ਨੇ ਕੰਮ ਕੀਤਾ ਹੈ। ਅਫਸੋਸ ਇਸ ਗੱਲ ਦੀ ਹੈ ਕਿ ਜਿੰਨਾ ਹੋਇਆ ਕੀ ਹੈ ਕਿ ਹਰ ਕੋਈ ਬੰਦਾ ਜਿਹੜਾ ਸਰਕਾਰ ਦੇ ਨਾਲ ਜੁੜਿਆ ਸੀ, ਜਿਹੜਾ ਸਰਕਾਰ ਪ੍ਰਤੀ ਸਰਕਾਰ ਵੱਲੋਂ ਜਵਾਬਦੇਹ ਸੀ ਲੋਕਾਂ ਪ੍ਰਤੀ, ਜਦੋਂ ਹਾਲਾਤ ਇਦਾਂ ਦੇ ਬਣਦੇ ਗਏ ਕਿ ਹਰ ਬੰਦੇ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇੱਕ ਕਹਿ ਸਕਦੇ ਕਿ ਇੱਕ ਮੁੱਖ ਮੰਤਰੀ ਨੂੰ ਕਹਿ ਕੇ ਕਿ ਇਹਨਾਂ ਹੀ ਸਭ ਕੁਝ ਕੀਤਾ, ਇਦਾਂ ਨਹੀਂ ਹੀ ਛੁੱਟ ਸਕਦੇ, ਕਿਉਂਕਿ ਦੇਖੋ ਸਰਕਾਰ ਤੇ ਸਾਰਿਆਂ ਨਾਲ ਸਾਂਝੀ ਚੱਲਦੀ ਹੈ। ਮੈਂ ਇਹੀ ਇਹਨਾਂ ਨੂੰ ਬੇਨਤੀ ਕਰਦਾ ਨਾ ਕਿ ਤੁਸੀਂ ਕੰਮ ਵੀ ਬਹੁਤ ਕੀਤੇ ਆ, ਤੁਸੀਂ ਕੰਮ ਆਪਣੇ ਗਿਣਾਓ। ਕੰਮ ਸਾਡੀ ਸਰਕਾਰ ਨੇ, ਮੈਂ ਬੇਨਤੀ ਕਰਦਾ ਹਾਂ, ਜਿੰਨਾ ਜ਼ੋਰ ਅਸੀਂ ਸਾਡੇ ਮਤਲਬ ਇਹ ਨੈਗੇਟਿਵਿਟੀ ਉਭਾਰਨ ਤੇ ਲੱਗਾ, ਜੇ ਕਿਤੇ ਪੋਜ਼ਿਟਿਵਿਟੀ ਵੀ CM ਦੀ ਉਭਾਰਦੇ, ਹਾਂ ਚੇਂਜ ਕਰੋ। ਮੈਂ ਨਹੀਂ ਕਹੂੰਗਾ ਕਿਤੇ ਵੀ, ਜਿੱਥੇ ਪਾਰਟੀ ਚਾਹੁੰਦੀ ਹੈ, ਜਿੱਥੇ ਸਾਡੇ ਵਿਧਾਇਕ ਚਾਹੁੰਦੇ ਨੇ ਵੀ ਇਹ ਅਸੰਤੁਸ਼ਟ ਨੇ, ਗਲਤੀਆਂ ਸੀ, ਜਿਵੇਂ ਕੋਈ ਅਫਸਰਸ਼ਾਹੀ ਬਹੁਤ ਭਾਰੀ ਸੀ, ਉਦੋਂ ਮੈਂ ਵੀ ਮੀਡੀਆ ਤੇ ਕਹਿੰਦਾ ਰਿਹਾ, ਚੇਂਜ ਕਰਾਓ, ਬਟ ਆਪਣੀਆਂ ਪੋਜ਼ਿਟਿਵਿਟੀਆਂ ਸਰਕਾਰ ਦੀਆਂ, ਕਿਉਂਕਿ ਤੁਸੀਂ ਸਰਕਾਰ ਜੀ, ਸਰਕਾਰ ਕੋ ਬਾਹਰੋਂ ਤਾਂ ਹੈ ਨਹੀਂ, ਆਪਾਂ ਆਪਣੀ ਸਰਕਾਰ ਦੀ ਪੋਜ਼ਿਟਿਵਿਟੀ ਵੀ ਦੱਸੀਏ, ਔਰ ਨਾਲ ਦੀ ਨਾਲ ਜਿਹੜੀ ਨੈਗੇਟਿਵਿਟੀ ਹੈ ਉਹ ਲੈ ਕੇ ਮਤਲਬ ਜਿਹੜੀ ਚੇਂਜ ਕਰਨੀ ਪਾਰਟੀ ਲੈਵਲ ਤੇ ਚੇਂਜ ਕਰਨਾ ਚਾਹੀਦਾ। ਮੈਂ ਨਹੀਂ ਕਹੂੰਗਾ ਨਹੀਂ ਹੋਣਾ ਚਾਹੀਦਾ। ਨਹੀਂ ਹੁੰਦੀ ਸੀ ਪਹਿਲੇ, ਬਿਕੋਜ਼ ਜਿਵੇਂ ਕੱਲ ਦੀ ਪਹਿਲੀ ਕੈਬਨਿਟ ਮੀਟਿੰਗ ਰਹੀ ਹੈ, ਉਹਦੇ ਵਿੱਚ ਜੋ ਫੈਸਲੇ ਆਏ ਉਹ ਇਹੋ ਸ਼ੋਅ ਕਰਦੇ, ਜਿਵੇਂ ਕੱਲ ਨਵੇਂ CM ਸਾਹਿਬ ਨੇ, ਚੰਨੀ ਸਾਹਿਬ ਨੇ ਕਿਹਾ ਹੈ ਕਿ ਵੀ ਮੁਲਾਜ਼ਮ ਇੰਨੇ ਵਜੇ ਤੋਂ ਇੰਨੇ ਲੋਕਾਂ ਦੀ ਗੱਲ ਸੁਣਨਗੇ, ਮੈਂ ਲੋਕਾਂ ਵਿੱਚ ਹਾਜ਼ਰ ਰਹਾਂਗਾ, ਮੈਂ ਆਪਣੇ ਦਫ਼ਤਰ ਬੈਠਾਂਗਾ। ਸੋ ਇਹ ਕਿੱਥੇ ਇਸ਼ਾਰਾ ਕੀਤਾ ਜਾ ਰਿਹਾ ਸੀ ਕਿ ਸਭ ਦੇ ਮਨ ਵਿੱਚ ਸੀਗਾ ਕਿ ਜੋ ਪਿਛਲੇ CM ਸੀ ਉਹ ਅਵੇਲੇਬਲ ਨਹੀਂ ਸੀ ਲੋਕਾਂ ਲਈ। ਇਹ ਚੀਜ਼ ਦਾ ਤੇ ਫਰਕ ਹੈ।
ਇਹ ਚੀਜ਼ ਦਾ ਤੇ ਫਰਕ ਲੋੜ ਸੀ ਬਹੁਤ ਵੱਡੀ, ਕਿਉਂਕਿ ਇੱਕ ਤੇ ਉਹ ਏਜ ਸਨ ਮੁੱਖ ਮੰਤਰੀ ਸਾਹਿਬ, ਕਰੋਨਾ ਕਰਕੇ ਵੀ ਥੋੜ੍ਹੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ, ਔਰ ਇਹ ਕੰਪਲੇਂਟ ਤੇ ਰਹੀ ਆ, ਇਹ ਕੰਪਲੇਂਟ ਦੇ ਕਾਰਨ ਹੀ ਇਹ ਸਾਰਾ ਕੁਝ ਦੇਖਣ ਨੂੰ ਮਿਲਿਆ। ਔਰ ਪਰ ਜਿਹੜਾ ਪ੍ਰਸ਼ਾਸਕ ਸੀ, ਜਿਹੜਾ ਪ੍ਰਸ਼ਾਸਨ ਹੈ, ਉਹਦੇ ਪ੍ਰਤੀ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ। ਇਹ 'ਚ ਵੀ ਨਹੀਂ ਆਪਾਂ ਇਸ ਤੋਂ ਵੀ ਨਹੀਂ ਪਿਛੇ। ਹੁਣ ਐਜੂਕੇਸ਼ਨ ਦੀ ਪਾਲਿਸੀ ਜਿਹੜੀ ਬਣਾਈ ਟਰਾਂਸਫਰ ਦੀ, ਮੈਂ ਮੈਂਬਰ ਪਾਰਲੀਮੈਂਟ, ਮੈਨੂੰ ਵੀ ਚੰਗਾ ਲੱਗਦਾ ਕਿ ਲੋਕ ਮੇਰੇ ਕੋਲ ਮੈਨੂੰ ਮਿਲਣ, ਮੈਂ ਕੰਮ ਕਰਾਵਾਂ, ਪਰ ਜਿਹੜੀ ਅਨਨੈਸੈਸਰਲੀ ਸਾਡੀ ਦਖਲਅੰਦਾਜ਼ੀ ਸੀ ਕਿ ਕਿਉਂਕਿ ਅੱਜ ਇੱਕ ਯੁੱਗ ਇਹ ਜਿਹਾ ਇਸ ਜਗ੍ਹਾ ਤੇ ਪਹੁੰਚ ਚੁੱਕਾ ਹੈ ਕਿ ਬਹੁਤ ਲੋਕ, ਚੰਗੇ ਲੋਕ ਵੀ ਹੈਗੇ ਨੇ, ਬਹੁਤੇ ਲੋਕ ਜਿਹੜੇ ਨੇ ਉਹ ਚਾਹੁੰਦੇ ਕਿ ਮੇਰੇ ਘਰ ਦੇ ਲਾਗੇ ਹੀ ਸਾਰਾ ਕੁਝ ਅਵੇਲੇਬਲ ਹੋ ਜੇ, ਮੈਂ ਜਾਵਾਂ ਨਾ ਜਾਵਾਂ। ਦੋ ਤਰ੍ਹਾਂ ਦੀਆਂ ਤਬਾਦਲੇ ਨੇ ਸਾਡੇ ਕੋਲ, ਜਾਂ ਤਾਂ ਉਹ 'ਚ ਕਰਪਸ਼ਨ ਹੈ ਤੇ ਜਾਂ ਉਹ 'ਚ ਕੰਮ ਹੈ ਨਹੀਂਗਾ ਜਿਹੜੀ ਪੋਸਟ ਤੇ ਜਾਣਾ ਚਾਹੁੰਦਾ। ਜੇ ਕੋਈ ਤਬਾਦਲਾ ਸਾਡੇ ਕੋਲ ਲੈ ਕੇ ਆ ਰਿਹਾ ਨਾ, ਬਹੁਤ ਘੱਟ ਬੰਦੇ ਨੇ 10% ਜਿਨ੍ਹਾਂ ਦੇ ਜੈਨੂਨ ਰੀਜ਼ਨ ਹੁੰਦੇ, ਉਹ ਵੀ ਸਾਨੂੰ ਕੰਮ ਅਸੀਂ ਕਰਨੇ ਨੇ। ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਸਾਡੇ ਤੇ ਆ ਜਾਂਦੀ ਵੀ ਜਦੋਂ ਕੋਈ ਬੰਦਾ ਕੰਮ ਲੈ ਕੇ ਆਉਂਦਾ, ਆਪਣੀ ਈਗੋ ਪ੍ਰੋਬਲਮ ਬਣਾ ਲੈਂਦਾ। ਉਹ ਕਹਿੰਦਾ ਯਾਰ ਮੈਂ ਇਹਦੇ ਨਾਲ ਆਇਆ ਸਾਂ ਤੇ ਜੇ ਇਹਦਾ ਕੰਮ ਨਾ ਹੋਇਆ ਤੇ ਮੇਰੀ ਬੜੀ ਬੇਇੱਜ਼ਤੀ ਹੈ। ਇਹਨਾਂ ਸੋਚਣਾ ਸ਼ਾਇਦ ਗੁਰਜੀਤ ਔਜਲਾ ਇਹਦਾ ਖਾਸ ਬੰਦਾ ਨਹੀਂ ਸੀ, ਪਰ ਉਹ ਕੰਮ ਦਾ ਨੇਚਰ ਨਹੀਂ ਵੇਖਦੇ ਕਿ ਭਾਈ ਜਿਹੜੇ ਸਕੂਲ 'ਚੋਂ ਤੁਸੀਂ ਦੂਜੇ ਸਕੂਲ 'ਚ ਆਉਣਾ ਚਾਹੁੰਦੇ, ਉਹ ਸਕੂਲ ਤੋਂ ਜਦੋਂ ਬਦਲੀ ਹੋ ਗਈ, ਉਹ ਸਕੂਲ ਦੇ ਬੱਚੇ ਕਿੱਥੇ ਜਾਣਗੇ? ਅਸੀਂ ਉਹਨਾਂ ਪ੍ਰਤੀ ਵੀ ਜਵਾਬਦੇਹ ਹਾਂ। ਐਜੂਕੇਸ਼ਨ ਪਾਲਿਸੀ ਦਾ ਐਡਾ ਸੋਹਣਾ ਇਹਨਾਂ ਨੇ ਕੀਤਾ, ਦੇਖੋ ਬਦਲੀਆਂ ਹੋਈਆਂ, ਕਿਸੇ ਨੂੰ ਕੋਈ ਪਤਾ ਨਹੀਂ ਲੱਗਾ। ਆਨਲਾਈਨ ਅਪਲਾਈ ਕੀਤੀ, ਜੇ ਤੁਸੀਂ ਸੂਟੇਬਲ ਹੈ ਉਹਨਾਂ ਦੇ ਮੁਤਾਬਕ ਜਿਹੜੇ ਸ਼ਰਤਾਂ ਰੱਖਦੀਆਂ ਨੇ, ਤਾਂ ਤੁਹਾਡੀ ਆਪਣੇ ਆਪ ਬਦਲੀ ਹੋਈ ਨਹੀਂ ਘਰੇ ਹੋ ਜਾਣੀ, ਨਾ ਕਰਪਸ਼ਨ ਹੋਈ, ਨਾ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਸੋ ਅਜਿਹੀਆਂ ਚੀਜ਼ਾਂ ਜਿਵੇਂ ਐਜੂਕੇਸ਼ਨ ਦੇ ਵਿੱਚ ਪੰਜਾਬ ਨੂੰ ਚਾਹੇ ਹਿੰਦੁਸਤਾਨ 'ਚ ਪਹਿਲੇ ਨੰਬਰ ਤੇ ਆਇਆ, ਇਹਦਾ ਵੀ ਅਵਾਰਡ ਮਿਲਦਾ ਹੀ ਆ। ਜੇ ਕੋਈ ਸੁਧਾਰਾਂ ਦੇ ਕੰਮ ਕੀਤੇ ਨੇ, ਜਿਵੇਂ ਜਿਹੜੇ ਗਰੀਬ ਲੋਕ ਸੀ, ਸ਼ਗਨ ਸਕੀਮ ਡਬਲ ਕੀਤੀ ਹੈ, ਪੈਨਸ਼ਨਾਂ ਜਿਹੜੀਆਂ ਬਾਦਲ ਸਾਹਿਬ 10 ਸਾਲ 500 ਕਹਿ ਕੇ 10 ਸਾਲ ਕੱਢੇ ਤੇ 9ਵੇਂ ਸਾਲ 'ਚ ਜਾ ਕੇ 250 ਤੋਂ 500 ਕੀਤੀ, ਸਾਡੀ ਸਰਕਾਰ ਨੇ 5 ਸਾਲਾਂ 'ਚ 2100 ਰੁਪਇਆ ਕਰਤੀ। ਸੋ ਉਹਦੇ ਨਾਲ ਆਰਥਿਕ ਜਿਹੜੇ ਹਾਲਾਤ ਆ ਪੰਜਾਬ ਦੇ, ਤੁਹਾਨੂੰ ਵੀ ਪਤਾ, ਆਪਾਂ ਨੂੰ ਵੀ ਸਾਰਾ ਪਤਾ। 2 ਸਾਲ ਦੇ ਵਿੱਚ ਜਿਹੜਾ ਖਾਸ ਕਰ ਕਰੋਨਾ ਦਾ ਪੀਰੀਅਡ ਲੰਘਿਆ, ਬਹੁਤ ਮੁਸ਼ਕਲ 'ਚੋਂ ਪੰਜਾਬ ਨਿਕਲਿਆ। ਜੇ ਪਰਿਵਾਰ ਸਾਡੇ ਮੁਸ਼ਕਲ 'ਚੋਂ ਨਿਕਲੇ ਨਾ, ਤਾਂ ਸਮਝ ਲਓ ਕਿ ਪੰਜਾਬ ਵੀ ਬੜੀ ਮੁਸ਼ਕਲ 'ਚੋਂ ਨਿਕਲ ਕੇ ਗਿਆ। ਉਹਦੇ ਬਾਵਜੂਦ ਵੀ ਜੀਐਸਟੀ ਉੱਪਰੋਂ ਨਹੀਂ ਹੋਣੀ ਚਲਾਉਣਾ। ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਹੈ, ਪਹਿਲੀ ਵਾਰੀ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਇਆ, ਕੁਝ ਚੰਗੀਆਂ ਚੀਜ਼ਾਂ ਹੋਈਆਂ। ਪਰ ਜਿਵੇਂ ਕੱਲ ਮੁੱਖ ਮੰਤਰੀ ਨੇ ਸਾਹਿਬ ਨੇ ਪਹਿਲੀ ਗੱਲ ਕਹੀ ਕਿ ਬਰਗਾੜੀ ਦਾ ਇਨਸਾਫ ਨਹੀਂ ਮਿਲਿਆ, ਅਸੀਂ ਫਾਸਟ ਟਰੈਕ ਕਰਾਂਗੇ। ਜਿਹੜੇ ਮੁਲਾਜ਼ਮਾਂ ਨੂੰ ਕਸਟੋਡੀਅਲ ਵਿੱਚ ਤੁਹਾਨੂੰ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਛਾਣਬੀਨ ਪੁੱਛਗਿੱਛ ਕੀਤੀ ਜਾਵੇ, ਉਹ ਨਹੀਂ ਕੀਤੀ ਗਈ। ਸੋ ਇਹ ਚੀਜ਼ਾਂ ਮਤਲਬ ਦਿਲ ਨੂੰ ਲੱਗਦੀਆਂ ਸੀ। ਜਿਹੜਾ ਅੱਜ ਮੁੱਖ ਮੰਤਰੀ ਬਣੇ, ਜਿਹੜੇ ਅੱਜ ਡਿਪਟੀ ਸੀਐਮ ਬਣੇ, ਉਹਨਾਂ ਵੱਲੋਂ ਬੜੇ ਸਾਫ਼ ਤਰੀਕੇ ਨਾਲ ਕਿਹਾ ਗਿਆ ਸੀਗਾ ਕਿ ਜਿਹੜਾ ਪਿਛਲਾ ਸਾਡਾ ਸੀਐਮ ਹੈਗਾ, ਉਹਦੀ ਤਾਰਾਂ ਅਕਾਲੀ ਦਲ ਨਾਲ ਜੁੜੀਆਂ ਹੋਈਆਂ, ਠੀਕ ਹੈ। ਸੋ ਇਹਦਾ ਮਤਲਬ ਹਾਈ ਕਮਾਂਡ ਨੇ ਮੰਨ ਲਿਆ ਕਿ ਕੈਪਟਨ ਅਮਰਿੰਦਰ ਦੀ ਅਕਾਲੀ ਦਲ ਨਾਲ ਕੁਝ ਜ਼ਿਆਦਾ ਲਗਾਵ ਹੈ, ਜਾਂ ਉਹਨਾਂ ਦੇ ਪਰਿਵਾਰਕ ਰਿਸ਼ਤੇ ਹੋਣ ਕਰਕੇ ਕੋਈ ਇਹੋ ਜਿਹੀ ਚੀਜ਼ ਹੈਗੀ ਹੈ ਕਿ ਉਹਨਾਂ ਨੂੰ ਬਦਲਣਾ ਪਿਆ। ਨਹੀਂ, ਦੇਖੋ ਸੀਐਮ ਸਾਹਿਬ ਦੀ ਐਂਟੀ ਇਨਕੰਬੈਂਸੀ ਤੇ ਬਣ ਹੀ ਗਈ ਸੀ, ਕੁਛ ਤੇ ਕਰੋਨਾ ਦੇ ਹੋਣ ਕਰਕੇ ਬਣ ਗਈ। ਜੇ ਮੈਂ ਦੱਸਣ ਲੱਗਾ ਜਿਹੜੇ ਮੇਨ, ਮੈਂ ਤੁਹਾਡੀ ਗੱਲ ਤੇ ਆਉਣ ਲੱਗਾ, ਮੁੱਦੇ ਬਰਗਾੜੀ ਵਾਲੇ ਤੇ ਆਉਣ ਲੱਗਾ ਮੈਂ। ਜਿਹੜੇ ਮੇਨ ਮੁੱਦੇ ਉਹਨਾਂ ਦੇ ਆਂਦੇ ਨੇ, ਉਹਨਾਂ ਦਾ ਕਰੋਨਾ ਨਾਲ ਕੋਈ ਲੈਣ ਦੇਣ ਨਹੀਂ ਹੈ। ਬਰਗਾੜੀ ਦਾ ਮੁੱਦਾ ਹੋਵੇ, ਪੀਪੀ ਐਗਰੀਮੈਂਟਸ ਦਾ ਰੀਨੈਗੋਸੀਏਸ਼ਨ ਹੋ, ਤੁਹਾਡੇ ਮੈਂ ਗੱਲ ਦੱਸਣ ਲੱਗਾ, ਮੈਂ ਤੁਹਾਡੀ ਗੱਲ ਤੇ ਆਉਣ ਲੱਗਾ। ਇੱਕ ਤੇ ਐਂਟੀ ਇਨਕੰਬੈਂਸੀ ਇਹ ਬਣ ਗਿਆ, ਦੂਸਰਾ ਜਿਵੇਂ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ, ਕੋਈ ਐਜ਼ ਏ ਮੈਂਬਰ ਪਾਰਲੀਮੈਂਟ ਸਾਡਾ ਤਾਂ ਬਹੁਤ ਜ਼ਿਆਦਾ ਦਖਲਅੰਦਾਜ਼ੀ ਸਰਕਾਰ 'ਚ ਹੁੰਦੀ ਨਹੀਂ। ਅਸੀਂ ਤਾਂ ਕੋਈ ਕੰਮ ਹੋਇਆ ਜਾਂ ਕੋਈ ਮੀਟਿੰਗ ਹੋਈ ਉਦੋਂ ਹੀ ਆਉਣਾ, ਅਦਰਵਾਈਜ਼ ਤੇ ਸਾਡੀ ਸਰਕਾਰ ਸਿੱਧੀ ਦਖਲਅੰਦਾਜ਼ੀ ਤੇ ਕੋਈ ਹੈ ਨਹੀਂ। ਅਸੀਂ ਵੀ ਪੁੱਛਿਆ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਹੈ, ਇਹਦੀ ਮਤਲਬ ਲੋਕ ਸਮਝਦੇ ਕਿ ਵਾਅਦਾ ਖਿਲਾਫੀ ਹੋਈ ਹੈ, ਇਹ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਦੇਖੋ ਜਿਹੜੇ ਮੋਟੇ ਸੀ, ਉਹ ਜਿਹੜੇ ਆਮ ਕੰਮ ਸੀ, ਮੈਂ ਆਪਣਾ ਜਿਹੜਾ ਚੋਣ ਮੈਨੀਫੈਸਟੋ ਕਰੀਬ 85% ਮੈਂ ਪੂਰਾ ਕਰਤਾ। ਇਹ ਮੁਸ਼ਕਲਾਂ ਜ਼ਰੂਰ ਰਹੀਆਂ ਨੇ, ਔਰ ਕੁਦਰਤੀ ਗੱਲ ਹੈ ਜਿਹੜੇ ਇਹ ਮੁੱਦੇ ਸੀ, ਇਹ ਜੁੜੇ ਵੀ ਸਿੱਧੇ ਬਾਦਲਾਂ ਦੇ ਨਾਲ ਸੀ, ਔਰ ਇਹ ਰੁਕੇ ਵੀ ਆ। ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਤੁਹਾਨੂੰ ਕਹਾਂ, ਹੁਣ ਜੇ ਨਿਕਲਣਗੇ ਨਾ ਤੇ ਬਹੁਤ ਵੱਡੇ ਅਫਸਰ ਵੀ ਵਿੱਚ ਦੇ ਰਗੜੇ ਜਾਣਗੇ, ਜਿਨ੍ਹਾਂ ਨੇ ਕਿ ਇੱਕ ਸਿਸਟਮ ਬਣਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਚੀਜ਼ਾਂ ਨੂੰ। ਜਿਹੜੀ ਤੱਕ ਬਰਗਾੜੀ ਦੀ ਗੱਲ ਕਰਦੇ, ਹੁਣ ਦੇਖੋ ਬਰਗਾੜੀ 'ਚ ਸਭ ਤੋਂ ਵਧੀਆ ਪੁਲਿਸ ਅਫਸਰ ਜਿਹੜਾ ਮੰਨਿਆ ਜਾਂਦਾ ਸੀ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੂੰ ਲਾਇਆ ਗਿਆ। ਜੇ ਡਰੱਗ ਦਾ ਮਸਲਾ ਹਰਪ੍ਰੀਤ ਸਿੱਧੂ ਨੂੰ ਲਿਆਂਦਾ ਗਿਆ ਐਸਟੀਐਫ ਬਣਾ ਕੇ, ਉਹ ਸੀਐਮ ਸਾਹਿਬ ਦਾ ਮਤਲਬ ਦੋਵੇਂ ਫੈਸਲੇ ਸੀ, ਉਹ ਸਾਰਾ ਪੰਜਾਬ ਮੰਨਦਾ ਕਿ ਠੀਕ ਹੈ, ਹਰ ਕੋਈ ਮੰਨਦਾ ਸੀ, ਪਰ ਚੱਲਣ ਨਹੀਂ ਦਿੱਤਾ ਕਿਉਂਕਿ ਬਰਾਬਰ ਪੈਰਲ ਇੱਕ ਪੁਲਿਸ ਫੋਰਸ ਸੀ। ਹੁਣ ਜੇ ਕਿਸੇ ਨੇ ਡਰੱਗ ਫੜਨਾ ਹੈ ਜਾਂ ਕੋਈ ਗੱਲ ਕਰਨੀ ਹੈ, ਫੜਨਾ ਤੇ ਪੰਜਾਬ ਦੇ ਅੰਦਰੋਂ ਹੀ ਹੈ, ਤੇ ਜਦੋਂ ਕਿਸੇ ਐਸਐਚਓ ਦੇ ਜਾਂ ਉਹਦੇ ਘੇਰੇ ਦੇ ਅੰਦਰੋਂ ਫੜਿਆ ਜਾਂਦਾ ਸੀ ਤਾਂ ਉਹ ਨਹੀਂ ਸਾਥ ਦਿੰਦੇ ਇਹਨਾਂ ਦਾ। ਮੈਂ ਮਤਲਬ ਇਹ ਤੁਹਾਡੇ ਔਨ ਰਿਕਾਰਡ ਕਹਿਣਾ, ਜੇ ਸਾਡੀ ਪੰਜਾਬ ਪੁਲਿਸ ਅੱਤਵਾਦ ਖਤਮ ਕਰ ਸਕਦੀ ਹੈ, ਉਹ ਫੋਰਸ ਜਾਣੀ ਜਾਂਦੀ ਹੈ ਕਿ ਜਿਹੜੀ ਬਾਹਰਲੀਆਂ ਸਟੇਟਾਂ 'ਚ ਜਾ ਕੇ ਜਿੱਥੇ ਬਹੁਤ ਮੁਸ਼ਕਿਲ ਵਾਲੀ ਇਲੈਕਸ਼ਨ ਹੁੰਦੀ ਹੈ, ਕਿ ਜਿੱਥੇ ਟਫ ਇਲੈਕਸ਼ਨ ਹੁੰਦੀ ਹੈ, ਉੱਥੇ ਪੰਜਾਬ ਪੁਲਿਸ ਭੇਜੀ ਜਾਂਦੀ ਹੈ। ਤੇ ਪੰਜਾਬ ਪੁਲਿਸ ਨੂੰ ਡਰੱਗ ਖਤਮ ਕਰਨਾ ਕਿਹੜਾ ਔਖੀ ਗੱਲ ਹੈ?
ਕਿਉਂਕਿ ਕਮਰਸ਼ੀਅਲਾਈਜ਼ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਮੈਂ ਔਨ ਰਿਕਾਰਡ ਕਹਿੰਦਾ ਕਿ ਜਿੰਨਾ ਚਿਰ ਸਾਡੇ ਤੇ SHO SSP ਲੱਗਣ ਦੇ ਦਬਾਅ ਬਣਦੇ ਆ ਨਾ ਜੀ ਸਾਡੇ ਦੇ, ਕਿਉਂਕਿ ਸਭ ਤੋਂ ਔਖੀਆਂ ਪੋਸਟਾਂ ਨੇ, 24 ਘੰਟੇ ਕੰਮ ਕਰਨਾ ਪੈਣਾ, ਤੁਹਾਨੂੰ ਅਦਾਲਤਾਂ 'ਚ ਜਵਾਬਦੇਹੀ ਦੇਣੀ ਪੈਣੀ, ਕੋਈ ਤੁਹਾਡੇ ਕੋਲ ਗਲਤ ਕੰਮ ਹੋ ਗਿਆ, ਕੁਝ ਹੋ ਗਿਆ, ਤੁਹਾਡੇ ਤੇ ਕੋਰਟ ਕੇਸ ਤੁਹਾਨੂੰ ਭੁਗਤਣੇ ਪੈਣੇ। DGP ਬਦਲਣ ਤੇ ਗੱਲ ਹੋ ਰਹੀ ਹੈ ਤਾਂ ਮਤਲਬ DGP ਦਾ ਤੁਸੀਂ ਵੀ ਕਹਿੰਦੇ ਹੋ ਕਿ DGP ਬਦਲਣਾ ਚਾਹੀਦਾ ਹੈਗਾ, ਪੰਜਾਬ ਪੁਲਿਸ ਨੂੰ ਸੁਧਾਰ ਲਿਆਉਣੀ ਚਾਹੀਦੀ ਹੈਗੀ ਹੈ। ਦੇਖੋ ਮੈਂ ਤੇ ਪਹਿਲਾਂ ਹੀ ਇਸ ਹੱਕ 'ਚ ਹੈ ਕਿ ਹਰ ਥਾਣੇ ਦੇ ਵਿੱਚ ਜਦੋਂ ਲੋਕਾਂ ਨੂੰ ਰਿਸਪੈਕਟ ਮਿਲੇਗੀ, ਠੀਕ ਹੈ, ਕਾਨੂੰਨ ਜੋ ਆਂਦਾ ਕਾਰਵਾਈ ਕਰੋ। ਤੁਸੀਂ ਕਦੀ ਨਹੀਂ ਕਹਾਂਗੇ ਵੀ ਇਹਨੂੰ ਗਲਤ ਨੂੰ ਗਲਤ ਨਾ ਕਹੋ, ਚਾਹੇ ਸਾਡਾ ਕੋਈ ਹੋਵੇ, ਉਹਨੂੰ ਸਹੀ ਕਰੋ, ਗਲਤ ਕਰੋ, ਪਰ ਜ਼ੁਬਾਨ ਠੀਕ ਰੱਖੋ। ਲੋਕਾਂ ਨੂੰ ਥਾਣੇ 'ਚ ਵੜ ਲੱਗਿਆ ਡਰ ਲੱਗਦਾ, ਗਰੀਬ ਬੰਦਾ ਸਾਡੇ ਘਰ ਪਹਿਲਾਂ ਆਉਂਦਾ, ਯਾਰ ਮੈਂ ਥਾਣੇ ਚੱਲਿਆ ਕਿ ਕੰਪਲੇਂਟ ਕਰਨੀ, ਇਹਨੂੰ ਮੈਨੂੰ 2 ਮਿੰਟ ਕਰ ਦੇ। ਮੈਨੂੰ ਮੈਂ ਚੰਨੀ ਸਾਹਿਬ ਨੂੰ ਵੈਸੇ ਮਿਲ ਕੇ ਤੇ ਕਹਿ ਚੁੱਕਾ ਹਾਂ, ਕਿਉਂਕਿ ਮੇਰੀ ਉਹਨਾਂ ਨਾਲ ਅੱਛੀ ਦੋਸਤੀ ਹੈ, ਪਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਆਪਾਂ ਨੂੰ ਸਭ ਤੋਂ ਵੱਡਾ, ਮੈਨੂੰ ਆਸ ਵੀ ਹੈ ਮੇਰੇ ਇਹਨਾਂ ਮਿਨਿਸਟਰਸ ਆਪਣੇ CM ਬਣੇ ਨੇ ਚੰਨੀ ਜੀ ਔਰ ਸਾਡੇ ਸੁਖੀ ਰੰਧਾਵਾ ਜੀ, ਬੜੇ ਵਧੀਆ ਬੰਦੇ ਨੇ ਤੁਹਾਡੇ ਸਾਹਮਣੇ, ਔਰ ਉਹਨਾਂ ਨੇ ਮਹਿਕਮਾ ਵਧੀਆ ਚਲਾਇਆ। ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਇੰਨਾ ਵੱਡਾ ਕੰਮ ਕੀਤਾ, ਮੈਨੂੰ ਆਸ ਹੈ ਇਹਨਾਂ ਦੇ ਕਿ ਇਹ ਲੋਕ ਇੱਕ ਜਿਹੜੀ ਸਭ ਤੋਂ ਵੱਡਾ ਜ਼ਿਆਦਾ ਕੰਮ ਪੈਂਦਾ ਥਾਣਿਆਂ ਦਾ, ਬਾਕੀ ਡਿਪਾਰਟਮੈਂਟ ਦੇ ਲੋੜ ਪਈ ਤੇ ਜਾਣਾ, ਲੋੜ ਪਈ ਤੇ ਨਹੀਂ ਜਾਣਾ, ਪਰ ਥਾਣਾ ਇੱਕ ਇਹੋ ਜਿਹੀ ਜਗ੍ਹਾ ਹੈ ਵੀ ਮੈਨੂੰ ਕਿਸੇ ਚੀਜ਼ ਦੀ ਵੀ ਕੰਪਲੇਂਟ ਹੈ, ਚਾਹੇ ਕਿਤੇ ਨਾਲ ਵੀ ਹੈ, ਤੇ ਮੈਨੂੰ ਥਾਣੇ ਐਪਲੀਕੇਸ਼ਨ ਦੇਣੀ ਪੈਣੀ ਹੈ, ਲਾਅ ਐਂਡ ਆਰਡਰ ਨਾ ਕਰਨਾ। ਅਸੀਂ ਉਹਦੇ ਤੇ ਮੈਨੂੰ ਆਸ ਹੈ ਕਿ ਇਹ ਪਹਿਲ ਦੇ ਆਧਾਰ ਤੇ ਇੱਕ ਮੈਸੇਜ ਆਏਗਾ, ਤੇ ਮੈਂ ਤੁਹਾਨੂੰ ਦੱਸ ਦਿਆਂ ਜਿੱਦਣ ਇਹਨਾਂ ਨੇ ਇਹ ਮੈਸੇਜ ਕਰਤਾ ਨਾ, ਤੇ ਥਾਣੇਦਾਰ ਲੱਗਣੋਂ ਭੱਜਣੇ ਨੇ ਵੀ ਥਾਣੇ 'ਚ ਅਸੀਂ ਨਹੀਂ ਲੱਗਣਾ। ਜਿੱਦਾਂ ਹੁਣ ਨਹੀਂ ਕਹਿੰਦੇ ਜਿੱਥੇ ਡਿਊਟੀ ਜ਼ਿਆਦਾ ਪੈਂਦੀ ਕਿ ਮੇਰੀ ਡਿਊਟੀ ਚੇਂਜ ਕਰਾ ਦਿਓ, ਮੈਂ ਮਿੰਦਰ ਜੀ ਮੈਂ ਖੁੱਲ੍ਹ ਕੇ ਕਹਿ ਰਿਹਾ, ਜਿੱਦਣ ਲੋਕ ਸਾਨੂੰ ਇਹ ਸਿਫਾਰਸ਼ਾਂ ਕਰਾਉਣ ਲੱਗ ਗਏ ਕਿ ਅਸੀਂ ਥਾਣੇ ਨਹੀਂ ਲੱਗਣਾ, ਅਸੀਂ SP ਨਹੀਂ ਲੱਗਣਾ, ਅਸੀਂ SSP ਨਹੀਂ ਲੱਗਣਾ, ਸਮਝ ਲਓ ਪੰਜਾਬ ਸੁਧਰਨ ਵਾਲੇ ਬੰਨੇ ਤੁਰ ਪਿਆ। ਤੇ ਮੈਨੂੰ ਆਪਣੇ ਇਹਨਾਂ ਤੇ ਆਸ ਹੈ ਕਿ ਕਰਨਗੇ ਵੀ, ਔਰ ਵੱਡਾ ਪ੍ਰਸ਼ਾਸਕ ਸੁਧਾਰ ਦੀ ਲੋੜ ਆ ਇਸ ਵੇਲੇ, ਤਾਂ ਮੈਨੂੰ ਆਸ ਹੈ ਆਪਣੇ ਇਹਨਾਂ ਤੇ, ਔਰ ਕਾਂਗਰਸ ਪਾਰਟੀ ਨੇ ਸੋਚ ਕੇ ਹੀ ਸਾਰਾ ਕੁਝ ਕੀਤਾ ਹੈ। ਤਾਂ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪਿਛਲੀ ਜਿਹੜੀ ਕਾਰਗੁਜ਼ਾਰੀ ਸੀ ਉਹਦੇ ਵਿੱਚੋਂ, ਬਿਕੋਜ਼ ਮੈਸੇਜ ਤਾਂ ਉੱਤੋਂ ਹੀ ਜਾਣਾ, ਭਾਵੇਂ ਪੂਰੀ ਸਰਕਾਰ ਤੁਸੀਂ ਕਹਿੰਦੇ ਹੋ, ਪਰ ਮੈਸੇਜ ਉੱਤੋਂ ਹੀ ਜਾਣਾ ਹੈਗਾ। ਸੋ ਮਤਲਬ ਉੱਥੋਂ ਇਹ ਮੈਸੇਜ ਨਹੀਂ ਗਿਆ ਸੀਗਾ, ਤੇ ਜੇ ਨਹੀਂ ਥਾਣਾ ਜੇ ਤੱਕ ਤੇ ਨਹੀਂ ਹੋਊਗਾ, ਕੁਦਰਤੀ ਗੱਲ ਹੈ। ਸੋ ਤੁਸੀਂ ਇਹ ਕਹਿੰਦੇ ਹੋ ਕਿ ਵੀ ਜਿਹੜੇ ਅਸੀਂ ਕੇਸ ਪੰਜਾਬ ਦੇ ਬਰਗਾੜੀ ਦਾ ਕੇਸ ਹੈਗਾ ਜਾਂ ਨਸ਼ੇ ਦੀ ਜਿਹੜੀ ਫਾਈਲ ਨਹੀਂ ਖੁੱਲ ਰਹੀ, ਉਹਦੇ ਵਿੱਚ ਕਮਜ਼ੋਰੀ CM ਆਫਿਸ ਤੋਂ ਹੀ ਸੀਗੀ? ਨਹੀਂ, ਦੇਖੋ ਇਹ ਹੁਣ ਮੈਂ ਇੰਨਾ ਡੀਪਲੀ, ਕਿਉਂਕਿ ਇਹ 'ਚ ਹੁਣ ਪਹਿਲੀ ਵਾਰੀ ਹੈ ਕਿ ਹਾਈ ਕੋਰਟ ਦੇ ਵਿੱਚ ਉਹ ਵੀ ਟਿਕਟ ਆਪਣੀ ਤੁਹਾਡੇ ਸਾਰੇ ਔਨ ਰਿਕਾਰਡ ਹੋਈ ਹੈ, ਵੱਡੇ ਵਕੀਲ ਜਿਹੜੇ ਰਿਟਾਇਰਡ ਜੱਜ ਨੇ ਉਹਨਾਂ ਵੀ ਕੀਤੀਆਂ ਨੇ ਕਿ ਏਡੀ ਛੇਤੀ ਕਦੀ ਹਾਈ ਕੋਰਟ ਵੀ ਫੈਸਲਾ ਨਹੀਂ ਦਿੰਦਾ, ਜਿੱਡੀ ਛੇਤੀ ਉਹਨਾਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਉਸ ਸਿਟ ਨੂੰ, ਉਹਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਸੁਣਨ ਦਾ, ਜਾਂ ਪੁਲਿਸ ਅਫਸਰ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਵੀ ਤੂੰ ਇਹ ਗਲਤ ਕਿਉਂ ਕੀਤਾ। ਉਹ ਤੇ ਇੱਕ ਮਤਲਬ ਉਹ ਹੁਣ ਮਾਨਯੋਗ ਹਾਈ ਕੋਰਟ ਐਸੀ ਉਹ ਤੇ ਸਵਾਲ ਨਹੀਂ ਚੁੱਕਦੇ, ਪਰ ਇਹ ਕਾਰਗੁਜ਼ਾਰੀਆਂ ਸਾਰੀਆਂ ਸ਼ੱਕ ਦੇ ਘੇਰੇ 'ਚ, ਇਨਕੁਆਇਰੀ ਕਰਨ ਵਾਲਾ ਵੀ ਉਹ ਵੀ, ਤੇ ਫਿਰ ਕੁਦਰਤੀ ਗੱਲ ਹੈ ਜਿਹੜੇ ਆਫਿਸ ਦੇ ਅੰਡਰ ਹੋ ਰਹੀ ਹੈ ਉਹ ਤੇ ਸਾਰੇ ਸ਼ੱਕ ਦੇ ਘੇਰੇ 'ਚ ਆਉਣੇ ਨੇ। ਪਰ ਜਦੋਂ ਸ਼ੁਰੂਆਤ 'ਚ ਬਹੁਤ ਵਧੀਆ, ਦੇਖੋ ਹਰਪ੍ਰੀਤ ਸਿੱਧੂ ਸੀ ਜਾਂ ਇਹ ਸਨ, ਇਹ ਸੁਖੀ ਰੰਧਾਵਾ ਹੁਣੀ ਸਾਰੇ ਸਪੋਰਟ ਕਰਦੇ ਸਨ ਇਸ ਗੱਲ ਤੇ। ਵਧੀਆ ਕੱਲ ਕਹੀ ਜਾਂਦੀ ਹੈਗੀ, ਜੋ ਆਮ ਕਹੀ ਜਾਂਦੀ ਹੈਗੀ ਹੈ, ਕੋਈ ਪ੍ਰੂਫ ਨਹੀਂ ਹੈ, ਸੋ ਮੈਂ ਉਸ ਤਰ੍ਹਾਂ ਹੀ ਪੁੱਛ ਰਹੀ ਕਿ ਅਫਵਾਹ ਜ਼ਰੂਰ ਹੈਗੀ ਕਿ ਸ਼ੁਰੂਆਤ ਚੰਗੀ ਸੀਗੀ, ਬਟ ਉਸ ਤੋਂ ਬਾਅਦ ਜਿਹੜੇ ਸਿਸਟਮ ਬਣੇ ਹੋਏ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦਾ ਹੈਗਾ ਬੜਾ ਫਾਇਦੇਮੰਦ ਸਿਸਟਮ ਹੈਗਾ, ਜਾਂ ਜਿਹੜਾ ਸੈਂਡ ਮਾਫੀਆ ਹੈਗਾ, ਜਿਹੜਾ ਅਸੀਂ ਇਹ ਵੀ ਕਹਿ ਸਕਦੇ ਹਾਂ ਇੱਕ ਮੋਨੋਪਲੀ ਹੈ, ਕੇਬਲ ਮਾਫੀਆ ਕਹਿ ਲਓ, ਜਾਂ ਕੇਬਲ ਦੀ ਮੋਨੋਪਲੀ ਹੈਗੀ ਹੈ, ਟਰਾਂਸਪੋਰਟ ਦੀ ਹੈਗੀ ਹੈ, ਉਹ ਜਿਹੜਾ ਤੁਸੀਂ ਪ੍ਰੋਫਿਟੇਬਲ ਕਹਿੰਦੇ ਹੋ, ਉਹ ਪ੍ਰੋਫਿਟੇਬਲ ਸਿਸਟਮ ਇੱਦਾਂ ਵੰਡਿਆ ਹੋਇਆ ਹੈ ਕਿ ਜਿਹੜੇ ਕੰਮ ਦੀ ਸ਼ੁਰੂਆਤ ਚੰਗੀ ਤਰ੍ਹਾਂ ਹੋਈ ਸੀ ਨਵੀਂ ਕਾਂਗਰਸ ਸਰਕਾਰ ਤੋਂ 4 ਤੋਂ 4.5 ਸਾਲ ਪਹਿਲੇ, ਉਸ ਪ੍ਰੋਫਿਟੇਬਲ ਸਿਸਟਮ ਵਿੱਚ ਆ ਗਈ ਤੇ ਸਾਰੀ ਹੀ ਸਰਕਾਰ ਪ੍ਰੋਫਿਟ ਕਮਾਉਣ ਵਿੱਚ ਲੱਗ ਗਈ। ਮੈਂ ਨਾ ਜੀ ਇੱਕ ਤੁਹਾਨੂੰ ਗੱਲ ਦਾ ਕਹਿਣਾ ਚਾਹੁੰਦਾ ਕਿ ਜਦੋਂ ਸਰਕਾਰ ਬਣਦੀ ਹੈ ਨਾ, ਹਰ ਕੋਈ ਦਾ ਮਨਸ਼ਾ ਬੜਾ ਕਲੀਅਰ ਹੁੰਦਾ ਹੈ। 2-4 ਮਹੀਨਿਆਂ ਦੇ 6 ਮਹੀਨਿਆਂ ਦੇ ਵਿੱਚ ਪਤਾ ਨਹੀਂ ਕੋਈ ਇੱਕ ਸਿਸਟਮ ਹੀ ਇਹੋ ਜਿਹਾ ਵਾ ਜਿਹੜਾ ਹਰ ਥਾਂ, ਕਿਉਂਕਿ ਬਿਊਰੋਕਰੇਟ ਹਮੇਸ਼ਾ ਇੱਥੇ ਰਹਿਣਾ ਹੈ, ਪੋਲੀਟੀਕਲ ਬੰਦਾ ਤੇ ਜਵਾਬ ਦੇਗਾ ਨਾ, ਤਾਂ ਵੋਟਾਂ ਨਾ ਬਦਲ ਲੋਗੇ, ਉਹਦੀ ਵੱਧ ਤੋਂ ਵੱਧ ਕੀ ਹੈ ਕਿ ਇਸ ਡਿਪਾਰਟਮੈਂਟ 'ਚ ਨਹੀਂ ਦੂਜੇ ਡਿਪਾਰਟਮੈਂਟ ਬਦਲੀ ਹੋਏਗੀ, ਦੂਜੇ ਨਹੀਂ ਉਹਦੇ 'ਚ ਹੋ ਜਾਏਗੀ, ਜਾਂ ਜ਼ਿਲ੍ਹਾ ਚੇਂਜ ਹੋ ਜਾਏਗਾ, ਇਸ ਤੋਂ ਵੱਧ ਤੇ ਕੋਈ ਖਤਰਾ ਨਹੀਂ ਨਾ। ਪੋਲੀਟੀਕਲ ਬੰਦਾ ਤੇ ਜਵਾਬ ਦੇ ਹਰ ਗੱਲ ਪ੍ਰਤੀ। ਤੁਹਾਡਾ ਚੰਡੀਗੜ੍ਹ ਦਾ ਜਿਹੜਾ ਪੈਰੀਫੇਰੀ ਏਰੀਆ ਹੈ, ਇਹਦੀ ਤੁਸੀਂ ਚੱਜ ਨਾਲ ਇਨਕੁਆਇਰੀ ਕਰਾ ਲਓ, ਹਰ ਪੋਲੀਟੀਕਲ ਬੰਦੇ ਦੀ ਜਾਇਦਾਦ ਦਾ ਪਤਾ ਕਿੰਨੀ ਹੈ। ਅਸੀਂ ਤੇ ਕੱਢੀ, ਅਸੀਂ ਤੇ ਕਾਲੀਆਂ ਨੂੰ ਮਾੜਾ ਕਿਹਾ, ਜਾਂ ਹਰ ਇੱਕ ਬੰਦੇ ਦੀ ਓਪਨ ਕਿਸੇ ਮੀਡੀਆ ਵਾਲੇ ਨੇ ਕੱਢਤੀ, ਜਾਂ ਜਿਹੜੇ ਪੋਲੀਟੀਕਲ ਬੰਦੇ ਨੇ ਮੂਵ ਕਰਦੇ ਨੇ ਜਾਂ ਉਹਨਾਂ ਨਾਲ ਐਸੋਸੀਏਟਡ ਨੇ, ਪਰ ਬਾਕੀ ਜਾਇਦਾਦ ਜੇ ਤੁਹਾਨੂੰ ਬਿਊਰੋਕਰੇਟ ਦੀ ਨਾ ਲੱਭੇ ਇੱਥੋਂ, ਮੈਂ ਦਾਅਵੇ ਨਾਲ ਕਹਿ ਸਕਦਾ ਕਿ 70-80% ਜਾਇਦਾਦਾਂ ਇਹਨਾਂ ਦੀਆਂ ਨਹੀਂ। ਕਿੱਥੋਂ ਮੇਰੇ ਇੱਕ ਮਿੰਟ ਮਾਫ ਕਰਨਾ ਜੀ, ਕਾਂਗਰਸ ਦੀ ਵੀ ਹੈਗੀ ਨਾ, ਹੁਣ ਤਾਂ ਅਸੀਂ ਅਕਾਲੀਆਂ ਨੂੰ ਛੱਡੀਏ,
ਬਿਊਰੋਕ੍ਰੇਸੀ ਚਲੋ ਹੈਗੀ ਮਾੜੀ, ਬਟ ਜਿਹੜੀ 4.5 ਸਾਲ ਦੀ ਹੈ, ਅੱਜ ਜਿਹੜੇ ਸੈਂਡ ਮਾਫੀਆ, ਲਿਕਰ ਮਾਫੀਆ, ਟਰਾਂਸਪੋਰਟ ਮਾਫੀਆ ਵਿੱਚ ਕਾਂਗਰਸੀਆਂ ਦਾ ਨਾਮ ਵੀ ਤਾਂ ਹੈਗਾ। ਅੱਜ ਤਾਂ ਇਹੋ ਕਿਹਾ ਜਾਂਦਾ ਹੈ ਜਿੰਨਾ ਅਕਾਲੀਆਂ ਨੇ ਖਾਦਾ ਸੀ ਉਸ ਤੋਂ ਵੱਧ ਕਾਂਗਰਸੀਆਂ ਨੇ ਖਾਦਾ। ਨਹੀਂ ਦੇਖੋ ਪਹਿਲੀ ਗੱਲ ਤੇ ਜਦੋਂ ਪਹਿਲੋਂ ਤੇ ਪਾਲਿਸੀ ਉਹ ਨਹੀਂ ਬਣੀ, ਲੇਟ ਬਣੀ ਇਹਦੀ, ਕਿਉਂਕਿ ਸਰਕਾਰ ਜਦੋਂ ਬਣਦੀ ਹੈ ਕਿ ਇਹ ਇਕੱਲੀ ਸੈਂਡ ਮਾਫੀਆ ਦੀ ਜਾਂ ਕੋਈ ਵੀ ਗੱਲ ਕਰੋ, ਮੈਂ ਇਸ ਗੱਲ ਨੂੰ ਜ਼ਰੂਰ ਕਹੂੰਗਾ ਕਿ ਕਦੀ ਵੀ ਸਰਕਾਰ ਚਾਹੇ ਸਾਡੀ ਬਣੀ ਹੈ ਜਾਂ ਕੋਈ ਵੀ ਬਣੇ, ਸਰਕਾਰਾਂ ਨੂੰ ਕੰਮ ਨਹੀਂ ਰੋਕਣਾ ਚਾਹੀਦਾ। ਅਸੀਂ ਪਾਲਿਸੀ ਬਣਾਉਣ ਦੇ ਨਾਂ ਦੇ ਉੱਤੇ ਕੰਮ ਰੋਕ ਦਿੰਦੇ ਹਾਂ ਵੀ ਪਾਲਿਸੀ ਬਣੇਗੀ, ਨਵੀਂ ਪਾਲਿਸੀ ਮੁਤਾਬਕ ਕੰਮ ਹੋਏਗਾ। ਭਈ ਪਹਿਲਾ ਕੰਮ ਤੇ ਚੱਲਣ ਦਿਓ। ਜਿੱਦਣ ਤੁਸੀਂ ਪਾਲਿਸੀ ਜਾਂ ਅਮੈਂਡਮੈਂਟ ਕਰ ਲੋਗੇ, ਇੱਕ ਸਰਕਾਰ 3-3 ਸਾਲ ਲੱਗ ਕੇ ਪਾਲਿਸੀ ਬਣਾਉਂਦੀ ਹੈ, ਦੂਜੀ ਸਰਕਾਰ ਜਦੋਂ ਚੇਂਜ ਆਉਂਦੀ ਆ 2 ਸਾਲ ਚੱਲਦੀ ਨਹੀਂ, ਉਹ ਕਹਿੰਦੇ ਜੀ ਇੰਡਸਟਰੀ ਪਾਲਿਸੀ ਵੀ ਕਹੀ, ਮਾਈਨਿੰਗ ਪਾਲਿਸੀ ਵੀ ਖਤਮ, ਉਹਦੇ ਤੇ ਅਮੈਂਡਮੈਂਟ ਕਰਨ ਤੱਕ ਤੇ ਉਹਨੂੰ ਕੰਮ ਚੱਲਣ ਦਿਓ। ਉਹ ਜਦੋਂ ਅਮੈਂਡਮੈਂਟ ਨਹੀਂ ਹੋਈ, ਕੁਦਰਤੀ ਗੱਲ ਹੈ ਜਿਹੜੇ ਏਰੀਏ 'ਚ ਹੋਣਗੇ, ਹੋ ਸਕਦਾ ਉਹ ਬੰਦੇ ਲਿਪਤ ਹੋਣ, ਪਰ ਮੈਂ ਮਤਲਬ ਇਹੀ ਕਹੂੰਗਾ ਕਿ ਅੱਜ ਜਿਹੜਾ ਫੈਸਲਾ ਚੰਨੀ ਜੀ ਨੇ ਲਿਆ ਕਿ ਫ੍ਰੀ ਕਰ ਦੇਣੀ ਆ ਰੇਤਾ, ਬਹੁਤ ਵਧੀਆ ਫੈਸਲਾ ਆ, ਔਰ ਇਹਦੇ ਨਾਲ ਲੋਕਾਂ ਨੂੰ, ਆਮ ਬੰਦੇ ਨੂੰ, ਕਿਉਂਕਿ ਆਮ ਬੰਦੇ ਗਰੀਬ ਨੂੰ ਫਾਇਦਾ ਹੋਏਗਾ। ਬਿਜਲੀ ਮਾਫ ਤੇ ਖਜ਼ਾਨਾ ਖਾਲੀ ਤੇ ਸੁਣਦੇ ਹੀ ਆ ਰਹੇ ਹੈਗੇ। ਖਜ਼ਾਨਾ ਕੁਝ ਵੀ ਕਹਿਣਾ ਹੋਏ ਤਾਂ ਇਹੋ ਸਵਾਲ ਜਵਾਬ ਆਉਂਦਾ ਹੈ, ਖਜ਼ਾਨਾ ਖਾਲੀ, ਆਮਦਨ ਤੁਹਾਡੀ ਵਧਣੀ ਨਹੀਂ ਹੈ। ਇਹ ਤੇ ਫਿਰ ਉਹੀਓ ਜੁਮਲੇਬਾਜ਼ੀ। ਇਹ ਗੱਲ ਨਹੀਂ ਦੇਖੋ, ਇਹ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਸਿੱਧੀ ਜੁੜੀ ਚੀਜ਼, ਕਿਉਂਕਿ ਗਰੀਬ ਬੰਦੇ ਨੇ ਵੀ ਘਰ ਦਾ ਸੁਪਨਾ ਵੇਖਿਆ ਹੁੰਦਾ, ਹਰ ਇੱਕ ਨੇ ਵੇਖਿਆ ਹੁੰਦਾ। ਅਸੀਂ ਇਹ ਵੀ ਨਾਲ ਅੱਜ ਗੱਲ ਹੋ ਰਹੀ ਸੀ ਸਾਡੀ, ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਤੁਸੀਂ ਇੱਕ ਅੱਛਾ ਮਾਡਲ ਦਿਓ ਕਿ ਇੱਥੋਂ ਆਮਦਨ ਆਉਣੀ ਆ, ਇੱਥੇ ਆਮਦਨ ਅਸੀਂ ਇੱਥੇ ਲਾਵਾਂਗੇ। ਪੰਜਾਬ ਸਿਰ ਕਰਜ਼ਾ ਵੱਧਦਾ ਜਾ ਰਿਹਾ, ਕਿਉਂਕਿ ਅਸੀਂ ਕਰੀਏ ਚਾਹੇ ਕੋਈ ਵੀ ਵਾਅਦਾ ਕਰੇ, ਇਹ ਪਬਲਿਕ ਪ੍ਰਤੀ ਹਾਂਜੀ ਦੁੱਗਣਾ ਕਰਕੇ ਜਾ ਰਹੇ ਹੋ। ਮੈਂ ਕਿਹਾ ਜੀ ਜੇ ਅਸੀਂ ਵਾਅਦੇ ਅਸੀਂ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਕਰ ਲਈਏ, ਇਹਦੀਆਂ ਚੋਰ ਮੋਰੀਆਂ ਬੰਦ ਕਰ ਲਈਏ, ਤੇ ਮੇਰਾ ਖਿਆਲ ਕਾਫੀ ਵੱਡਾ ਫਰਕ ਪਏਗਾ। ਹੁਣ ਜਿੱਦਾਂ ਸਿੱਧੂ ਸਾਹਿਬ ਨੇ ਵੀ ਕਿਹਾ ਰੇਤਾ ਦੀ ਕਾਰਪੋਰੇਸ਼ਨ ਬਣਾਉਣੀ ਹੈ, ਸ਼ਾਇਦ ਉਹ ਬਣ ਜੇ, ਤੇ ਜਿਹੜਾ ਮਾਡਲ ਉਹ ਲੈ ਕੇ ਆਏ ਸ਼ਾਇਦ ਉਹ ਲਾਉਣਗੇ, ਤੇ ਮੈਨੂੰ ਲੱਗਦਾ ਇੱਕ ਪ੍ਰੋਫਿਟ ਵੀ ਆਏਗਾ ਤੇ ਰੇਤਾ ਸਸਤੀ ਵੀ ਹੋਏਗੀ, ਦੋਵੇਂ ਕੰਮ ਹੀ ਹੋਣਗੇ। ਕਿਉਂਕਿ ਜਿਹੜਾ ਵਿਚਲਾ ਜਿਹੜਾ ਕੁਐਸਚਨ ਹੈ ਨਾ, ਜਿਹੜਾ ਇੱਕ ਮਾਫੀ ਵਾਲਾ ਕੁਐਸਚਨ ਹੈ, ਉਹ ਖਤਮ ਹੋਣਾ ਚਾਹੀਦਾ ਹੈ। ਦੇਖੋ ਉਸ ਕਰਕੇ ਹੀ ਅਸੀਂ ਵੀ ਗੱਲਾਂ ਸੁਣਦੇ ਹਾਂ, ਜਿਹੜਾ ਕੋਈ ਹੋਰ ਉਹ ਵੀ ਸੁਣੂਗਾ। ਅੱਛਾ ਜੀ, ਤੁਸੀਂ ਕਦੀ ਹੁਣ ਜਦ ਤੱਕ ਇਹ ਬਗਾਵਤ ਸ਼ੁਰੂ ਹੋਈ ਹੈ, ਬਰਗਾੜੀ ਤੋਂ ਜਦ ਫੈਸਲਾ ਆਇਆ ਉਸ ਤੋਂ ਬਾਅਦ, ਜਿਵੇਂ ਕਹਿੰਦੇ ਨਾ ਪਾਣੀ ਸਿਰ ਤੋਂ ਉੱਠ ਗਿਆ ਤਾਂ ਬਗਾਵਤ ਸ਼ੁਰੂ ਹੋਈ, ਇਸ ਤੋਂ ਪਹਿਲੇ ਕਦੇ ਤੁਸੀਂ ਹਾਈ ਕਮਾਂਡ ਨੂੰ ਕਿਹਾ ਨਹੀਂ ਕਿ ਵੀ ਇੱਥੇ ਤੁਸੀਂ ਤਾਂ ਪੰਜਾਬ ਦੇ ਵਿੱਚ, ਤੁਹਾਨੂੰ ਤਾਂ ਪਤਾ ਹੀ ਕਿੱਦਾਂ ਮਾਫੀਆ ਦਾ ਹੈਗਾ, ਟਰਾਂਸਪੋਰਟ ਮਾਫੀਆ ਕਿੱਦਾਂ ਲੋਕਾਂ ਨੂੰ ਚੁੱਪਦਾ ਸੀਗਾ। ਅਸੀਂ ਤੇ ਇਹੀ ਰਿਕੁਐਸਟ ਹੈ ਕਿ ਅਸੀਂ ਤੇ, ਮੈਂ ਤੁਹਾਨੂੰ ਫਿਰ ਕਿਹਾ ਕਿ ਡਾਇਰੈਕਟ ਸਾਡੀ ਇੰਟਰਫੇਰੈਂਸ ਨਹੀਂ ਹੈਗੀ। ਜਿਹੜੇ ਬੰਦੇ ਤੁਸੀਂ ਹਾਈ ਕਮਾਂਡ ਜਿਹੜਾ ਤੁਹਾਡਾ ਬੈਠਾ ਉਹਦੇ ਸੁੱਤਾ ਬੈਠਾ, ਹਾਈ ਕਮਾਂਡ ਨੂੰ ਨਹੀਂ ਸੁੱਤਾ ਨਹੀਂ ਬੈਠਾ। ਦੇਖੋ ਉਹਨਾਂ ਨੇ ਸਾਰਾ ਹਿੰਦੁਸਤਾਨ ਚਲਾਉਣਾ, ਹਰ ਸਟੇਟ ਦਾ ਧਿਆਨ ਰੱਖਦੇ ਆ। ਨਹੀਂ ਸਟੇਟਸ ਨਾਮ ਹੀ ਹੁਣ ਕੇਡਰ ਤੇ ਹੈਗਾ ਨਾ ਹਰ ਜਗ੍ਹਾ ਤੇ, ਸਟੇਟਸ ਨਾ ਹੁੰਦਾ ਮਤਲਬ ਇਹ ਨਹੀਂ ਕਿ ਕਾਂਗਰਸ ਪਾਰਟੀ ਜਿਹੜੀ ਸਟੇਟ ਚ ਆਨੀ ਉੱਥੇ ਕੰਮ ਨਹੀਂ ਕਰਦੀ। ਗੁਜਰਾਤ ਮਾਡਲ ਤੇ ਪੂਰਾ ਦੇਸ਼ ਸਾਂਭ ਕੇ, ਤੁਸੀਂ ਪੂਰਾ ਦੇਸ਼ ਸਾਂਭ ਕੇ ਵੀ ਇੱਕ ਸਟੇਟ ਸਾਂਭਣ ਜੋਗੇ ਨਹੀਂ ਰਹਿ ਜਾਓਗੇ ਜਿਸ ਹਾਲਤ ਚੱਲ ਰਹੀ। ਦੇਖੋ ਉਹ ਜਿਹੜੀ ਪਾਲਿਸੀ ਉਹਨਾਂ ਨੇ, ਕਾਂਗਰਸ ਨਾਲ ਪਿਆਰ ਨਹੀਂ ਹੈਗਾ ਮੈਨੂੰ, ਇਹ ਹੈਗਾ ਕਿ ਇੱਕ ਲੋਕਤੰਤਰ ਵਿੱਚ ਆਪੋਜੀਸ਼ਨ ਦਾ ਇੱਕ ਰੋਲ ਹੁੰਦਾ। ਤੁਸੀਂ ਇੱਕ ਆਪੋਜੀਸ਼ਨ ਸਾਂਭ ਕੇ ਬੈਠੇ ਹੋ, ਕੇਡਰ ਤੁਹਾਡੇ ਕੋਲ ਹੈਗਾ ਬਿਕੋਜ਼ ਉਹ ਨੈਟਵਰਕ ਬਣਿਆ ਹੋਇਆ ਹੈ। ਪਰ ਜੇ ਇੰਨਾ ਵੀਕ ਹਾਈ ਕਮਾਂਡ ਹੋਏਗਾ ਤੇ ਭਾਰਤ ਵਿੱਚ ਲੋਕਤੰਤਰ, ਇੱਕ ਖੇਤੀ ਕਾਨੂੰਨ ਇਸ ਲਈ ਪਾਸ ਹੋ ਸਕੇ ਬਿਕੋਜ਼ ਆਪੋਜੀਸ਼ਨ ਵੀਕ ਹੈ। ਆਪੋਜੀਸ਼ਨ ਵੀਕ ਸੀ। ਸੋ ਜੇ ਆਪੋਜੀਸ਼ਨ ਦਾ ਇਹੋ ਹਾਲ ਰਹੇਗਾ ਤਾਂ ਸਾਡੇ ਲਈ ਬਹੁਤ ਮਾੜਾ ਹੈਗਾ। ਨਹੀਂ ਆਪੋਜੀਸ਼ਨ ਸਟਰੋਂਗ ਹੋਏਗੀ ਆਉਣ ਵਾਲੇ ਸਮੇਂ 'ਚ। ਹੋਇਆ ਕੀ ਹੈ ਕਿ ਪੋਲਰਾਈਜੇਸ਼ਨ ਵੋਟ ਦੀ ਕਰਾਈ ਹੈ ਮੋਦੀ ਸਾਹਿਬ ਨੇ, ਤੁਹਾਨੂੰ ਪਤਾ ਹੀ ਹੈ ਕਿ ਉਹ ਹਮੇਸ਼ਾ ਹੀ ਇੱਕ ਫਿਰਕੇ ਦੀ ਰਾਜਨੀਤੀ ਕਰਦੇ ਆ, ਇੱਕ ਧਰਮ ਦੀ ਰਾਜਨੀਤੀ ਕਰਦੇ ਆ। ਕੁਦਰਤੀ ਗੱਲ ਹੈ, ਸਾਡਾ ਜਿਹੜਾ ਸਿਸਟਮ ਹੈ ਉਹਦੇ 'ਚ ਜ਼ਿਆਦਾ ਐਜੂਕੇਸ਼ਨ ਸਿਸਟਮ ਬਹੁਤ ਵੀਕ ਹੈ ਦੇਸ਼ ਦਾ, ਚਾਹੇ ਸਾਡੀ ਸਟੇਟ ਦਾ ਕਹਿ ਲਓ, ਸਾਡਾ ਤਾਂ ਫਿਰ ਬਹੁਤ ਚੰਗਾ, ਪਰ ਬਹੁਤ ਸਟੇਟਾਂ ਦੇ ਬਹੁਤ ਮਾੜੇ ਹਾਲਤ ਹੈ। ਜਦੋਂ ਐਜੂਕੇਸ਼ਨ ਵੀਕ ਹੋਏਗੀ, ਬੰਦਾ ਪੜ੍ਹੇ ਲਿਖੇਗਾ ਨਹੀਂ, ਕੁਦਰਤੀ ਗੱਲ ਹੈ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ, ਉਹਦਾ ਵਿਜ਼ਨ ਜਿਹੜਾ ਥੋੜਾ ਘਟ ਜਾਂਦਾ। ਔਰ ਉਸ ਕਰਕੇ ਉਹਨੂੰ ਇਹ ਲੋਕ, ਇੱਕ ਸੋਸ਼ਲ ਮੀਡੀਆ ਆ ਗਿਆ, ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ ਆ। ਅਸੀਂ ਕਹਿੰਦੇ ਤੁਸੀਂ ਡਿਵੈਲਪਮੈਂਟ ਕਰੋ, ਤੁਸੀਂ ਧਾਰਮਿਕ ਗੱਲਾਂ ਵੀ ਦੱਸੋ, ਤੁਸੀਂ ਲਿਆਕਤ ਦੀਆਂ ਵੀ ਦੱਸੋ, ਪਰ ਤੁਸੀਂ ਕਿਸੇ ਨਾਂ ਦੇ ਉੱਤੇ, ਕਿਸੇ ਚੀਜ਼ ਦੇ ਉੱਤੇ, ਕਿਸੇ ਧਰਮ ਦੇ ਨਾਂ ਦੇ ਉੱਤੇ ਵੋਟ ਨਾ ਮੰਗੋ। ਤੇ ਐਸੇ ਲੱਗਦੇ ਫਿਰਕਾ ਪ੍ਰਸਤੀ ਨਾ ਕਰੋ। ਬਟ ਬਿਕੋਜ਼ ਇਹ ਜਿਹੜਾ ਸਿਸਟਮ ਹੈ, ਇਹ ਵੋਟ ਸਿਸਟਮ ਤੁਸੀਂ ਬਣਾਇਆ ਨਾ। ਹੁਣ ਜੇ 70 ਸਾਲ ਵਿੱਚ ਭਾਰਤ ਦਾ ਵਿਕਾਸ ਹੋਇਆ, ਅਸੀਂ ਇਹ ਨਹੀਂ ਕਹਿੰਦੇ ਕਾਂਗਰਸ ਨੇ ਕੁਝ ਨਹੀਂ ਕੀਤਾ, ਪਰ ਜਿਹੜੀ ਵੰਡ ਦੀ ਰਾਜਨੀਤੀ ਹੈ ਇਹ ਤਾਂ ਕਾਂਗਰਸ ਦੀ ਬਣਾਈ ਹੈ ਨਾ। ਜਿਹੜਾ ਸੋਸ਼ਲ ਮੀਡੀਆ ਤੇ ਬਲੇਮ ਨਹੀਂ ਕਰਦਾ, ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਦੀ ਗੱਲ ਕਰਦਾ। ਸੋਸ਼ਲ ਮੀਡੀਆ ਬਹੁਤ ਵਧੀਆ ਚੀਜ਼ ਹੈ। ਅੱਜ ਸੋਸ਼ਲ ਮੀਡੀਆ ਮੈਂ ਨਿਮਰ ਦੀ ਬੇਨਤੀ ਕਰਦਾ, ਦੇਖ ਲਓ ਅੱਜ ਦੇ ਨੈਸ਼ਨਲ ਟੀਵੀ ਜਿਹੜਾ ਪ੍ਰਾਈਮ ਟਾਈਮ ਹੁੰਦਾ ਹੈ, ਉਹ ਤੇ ਰਾਤ ਤੇ 12 ਵਜੇ ਤੱਕ ਟੀਵੀ ਦੇਖੋ, ਉਹਦੇ ਵਿੱਚ ਜਿਸ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੁੰਦੀ ਹੈ, ਉਹਨੂੰ ਉਹ ਤੇ ਕੋਈ ਉਹ ਤਾਂ ਅਸੀਂ ਦੇ ਨਹੀਂ ਸਕਦੇ। ਨਹੀਂ ਤੁਹਾਡਾ, ਮੈਂ ਸੋਸ਼ਲ ਮੀਡੀਆ ਦੀ ਗੱਲ ਆਪਣੀ ਨਹੀਂ ਗੱਲ ਕਰ ਰਹੀ, ਮੈਂ just saying ਕਿ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇਹੋ ਜਿਹੇ ਹੇਟ ਵਾਲੇ ਨੋਰਮਸ ਨੇ ਕਿ ਤੁਸੀਂ ਨਹੀਂ ਪਾ ਸਕਦੇ, ਪਰ ਜਿਹੜਾ ਨੈਸ਼ਨਲ ਮੀਡੀਆ ਦੇ ਰਿਹਾ ਹੈਗਾ, ਉਹੀ ਗੱਲ ਹੈ ਨਾ ਜੀ, ਇਨਫੋਰਮੇਸ਼ਨ ਦੇ ਰਿਹਾ ਕਿ ਚਾਈਨਾ ਵਿੱਚ ਇਹ ਹੋ ਰਿਹਾ ਹੈਗਾ, ਉੱਥੇ ਇਦਾਂ ਦਾ ਹਾਲ ਹੈਗਾ ਸਾਡਾ, ਔਰ ਉੱਤੇ ਧਾਰਮਿਕ ਪ੍ਰੋਗਰਾਮ ਚੱਲ ਰਹੇ ਹੁੰਦੇ, ਸਿਰਫ ਇੱਕ ਧਰਮ ਦੇ ਪ੍ਰੋਗਰਾਮ ਚੱਲ ਰਹੇ ਜੋ ਨਿਊਜ਼ ਤੇ ਬੰਦੇ ਹੀ ਨਹੀਂ ਹੈਗੇ। ਉਹ ਇਸ ਕਰਕੇ ਦਿੰਦੇ ਕਿਉਂਕਿ ਯੂਪੀ ਦੀ ਇਲੈਕਸ਼ਨ ਆਉਣ ਵਾਲੀ, ਹੁਣ ਯੂਪੀ ਇਲੈਕਸ਼ਨ ਹੋਏਗੀ, ਹਿੰਦੂ ਮੁਸਲਿਮ ਕਰਾਉਣਗੇ,
ਕਿ ਇੱਥੋਂ ਖਤਰਾ ਹੋ ਗਿਆ, ਇੱਥੋਂ ਖਤਰਾ ਹੋ ਗਿਆ, ਇੱਕ ਬੰਨੇ ਹੋ ਜਾਓ। ਜੇ ਅੱਜ ਪੰਜਾਬ ਦੇ ਵਿੱਚ ਸਿੱਖ, ਆਪਾਂ ਹੁਣ ਜਿੱਦਾਂ ਹੁਣ ਮੈਂ ਖੁੱਲ੍ਹ ਕੇ ਵੀ ਗੱਲ ਕਰਾਂਗੇ, ਜੱਟ ਸਿੱਖ ਮੁੱਖ ਮੰਤਰੀ ਰਹੇ ਆ, ਤੇ ਪੰਜਾਬ ਸਕੂਲ ਕਿਉਂ ਨਹੀਂ ਬਣੇ ਸਾਰੇ ਜੀ? ਪੰਜਾਬ ਦਾ ਹੈਲਥ ਸਿਸਟਮ ਕੀ ਜੱਟਾਂ ਦੀਆਂ ਜੱਟ ਸੁਸਾਈਡ ਨਹੀਂ ਕਰ ਰਹੇ? ਜੇ ਬਸਪਾ ਦੇ ਭੈਣ ਮਾਇਆਵਤੀ ਹੁਣੀ ਉੱਥੇ ਮੁੱਖ ਮੰਤਰੀ ਰਹੇ ਨੇ, ਤੇ ਕੀ ਉੱਥੇ ਦਲਿਤਾਂ ਦੀ ਹਾਲਤ ਸਾਰਿਆਂ ਦੀ ਚੰਗੀ ਹੋ ਗਈ ਆ? ਮੇਰਾ ਹਾਂਜੀ, ਤੁਹਾਨੂੰ ਅੱਜ ਮੈਂ ਕਾਫੀ ਮੈਸੇजेस ਇਹੋ ਜਿਹੇ ਦੇਖੇ ਜਿਹੜੇ ਕਹਿ ਰਹੇ ਕਿ ਜੱਟਾਂ ਦੀ ਆਪਸ ਵਿੱਚ ਲੜਾਈ ਕਰਕੇ ਕੋਈ ਹੋਰ ਜਿੱਤ ਕੇ ਰਹਿ ਗਿਆ। ਨਹੀਂ ਐਸੀ ਗੱਲ ਨਹੀਂ। ਮੈਸੇजेस ਫਾਰਵਰਡ ਹੋ ਰਹੇ, ਚਲੋ ਉਹ ਜਿਹੜਾ ਵਾਟ ਸੋਸ਼ਲ ਇਹ ਐਂਟੀ ਪੰਜਾਬ ਸਿਸਟਮ ਇੱਕ ਚੱਲ ਗਿਆ ਹੈ। ਮੰਨਦੇ ਹੋ ਕਿ ਜਿਹੜਾ ਇਹ ਇੱਕ ਪੋਲਿਟਿਕਸ ਨੇ ਸਿਸਟਮ ਬਣਾ ਲਿਆ ਸੀਗਾ ਕਿ ਸਿਰਫ ਜੱਟ ਸਿੱਖ ਹੀ ਅੱਗੇ ਆਣਗੇ ਪੋਲਿਟਿਕਸ? ਮੈਂ ਜੀ ਇੱਕ ਨਾ ਪੰਜਾਬ ਦੀ ਬਦਕਿਸਮਤੀ ਇਸ ਗੱਲ ਤੇ ਆ ਗਈ ਹੈ ਕਿ ਇਹੋ ਜਿਹੀਆਂ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਜਿਹੜੀਆਂ ਸਾਡੇ ਲਈ ਘਾਤਕ ਨੇ। ਚਾਹੇ ਜੱਟ ਸਿੱਖ ਦੇ ਮੈਸੇਜ ਆ ਰਹੇ ਆ, ਚਾਹੇ ਹਿੰਦੂ ਦੇ ਆ ਰਹੇ ਆ, ਚਾਹੇ ਦਲਿਤ ਦੇ ਆ ਰਹੇ, ਸਾਡੇ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੀਜ਼ਾਂ ਘਾਤਕ ਨੇ। ਸਾਡੀ ਮਤਲਬ ਜਿਹੜੇ ਸਾਡੇ ਲੋਕ ਚੰਗੇ ਲੋਕ ਸੀ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਨਿੱਕੀ ਨਿੱਕੀ ਗੱਲ ਨੂੰ ਲੈ ਕੇ ਟਰੋਲ ਕੀਤਾ ਜਾਂਦਾ ਹੈ। ਇੱਕ ਗੱਲ ਦੇ ਉੱਤੇ ਨੁਕਸ ਲੱਭ ਕੇ ਉਹਨੂੰ ਮਤਲਬ ਸਾਡੇ ਨਾਲ ਜਿਹਦੇ ਨਾਲ ਅਸੀਂ ਵੀਕ ਹੋ ਸਕੀ। ਅੱਜ ਇਹ ਵਰਗਾਂ 'ਚ ਵੰਡੇ ਜਾਣੇ ਤੇ ਵੀਕ ਨਹੀਂ ਹੋਣਾ, ਪੰਜਾਬ ਨਹੀਂ ਹੋਣਾ। ਪੰਜਾਬੀ ਮੈਂ ਐਜ਼ ਅ ਜੱਟ ਸਿੱਖ ਪੋਲੀਟੀਸ਼ੀਅਨ ਤੁਹਾਨੂੰ ਕੀ ਠੀਕ ਲੱਗ ਰਿਹਾ ਹੈ ਕਿ ਵੀ ਇੱਕ ਡਿਫਰੈਂਟ ਲਾਈਕ ਬਹੁਤ ਚੰਗਾ ਲੱਗ ਰਿਹਾ ਜੀ। ਮੈਂ ਦੇਖੋ ਪੈਦਾ ਹੋਏ ਆ, ਕੋਈ ਕਿਸੇ ਘਰ 'ਚ ਪੈਦਾ ਹੋਇਆ, ਕੋਈ ਕਿਸੇ ਘਰ 'ਚ ਪੈਦਾ, ਤੇ ਕੁਦਰਤ ਦਾ ਨਿਜ਼ਮ ਹੈ। ਤੇ ਮੇਰੀ ਜ਼ਿੰਦਗੀ ਤੇ ਤਾਂ ਦੀ ਸੌਖੀ ਹੋਣੀ, ਮੇਰੇ ਪਰਿਵਾਰ ਦੀ ਤਾਂ ਦੀ ਸੌਖੀ ਹੋਣੀ ਜੇ ਸਮਾਜ ਠੀਕ ਹੋਊਗਾ। ਤੇ ਸੜਕਾਂ ਠੀਕ ਹੋਣ, ਡਿਵੈਲਪਮੈਂਟ, ਨਾ ਮੈਨੂੰ ਹਿੰਦੂ ਨਾਲ ਪ੍ਰੋਬਲਮ ਹੈ ਜੀ, ਨਾ ਮੈਨੂੰ ਜੱਟ ਕਿਸੇ ਹੋਰ ਨਾਲ ਪ੍ਰੋਬਲਮ ਹੈ, ਨਾ ਮੈਂ ਇਸ ਚੱਕਰ 'ਚ ਪੈਣਾ। ਮੈਂ ਕਹਿੰਦਾ ਜਿਹੜਾ ਬੰਦਾ ਚੰਗਾ ਕੰਮ ਕਰ ਸਕਦਾ। ਅਸੀਂ ਗਰੋ ਕਦੋਂ ਕਰਾਂਗੇ? ਕਦੋਂ ਕੈਨੇਡਾ ਵਾਲੇ ਵਾਪਸ ਮੁੜਨਗੇ, ਆਸਟ੍ਰੇਲੀਆ ਵਾਲੇ ਵਾਪਸ ਮੁੜਨਗੇ? ਜਦੋਂ ਉੱਥੇ ਹੋਵਾਂਗੇ। ਅੱਜ ਉੱਥੇ ਗਏ ਨੇ ਲੋਕ, ਕਿ ਮੇਰੀ ਪੂਰੀ ਗੱਲ ਸੁਣਿਓ ਜੀ। ਅੱਜ ਉੱਥੇ ਗਏ ਨੇ, ਕਈ ਉੱਥੋਂ ਵੀ ਹੇਟ ਕਮੈਂਟ ਕਰ ਰਹੇ ਨੇ ਬੈਠੇ। ਮੈਂ ਇਹ ਗੱਲ ਕਹੂੰਗਾ ਕਿ ਕੀ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਇਕੱਲੇ ਸਿੱਖਾਂ ਦੀ ਵੋਟਾਂ ਨਾਲ ਬਣ ਗਏ ਜੀ? ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਬਣੇ ਨੇ, ਉਹ ਜੇ ਸਿੱਖ ਹੋ ਗਏ ਜਾਂ ਪੱਗ ਸਮਝ ਕੇ ਵੋਟ ਪਾਉਂਦੇ ਲੋਕ, ਤੇ ਸਾਡੇ ਤੇ ਬਣ ਹੀ ਨਹੀਂ ਸਕਦੇ ਉੱਥੇ। ਅਸੀਂ ਤੇ ਆਈ ਨਹੀਂ ਉੱਥੇ, ਕਿ ਗਿਣਤੀ 'ਚ ਨਹੀਂ ਹੈਗੇ। ਪਰ ਹੇਟ ਉੱਥੇ ਆਪਾਂ ਸਾਰਾ ਕੁਝ ਲੈ ਕੇ ਵੀ ਹੇਟ ਕਰ ਰਹੇ, ਇੱਥੇ ਨਹੀਂ ਹੋਣੀ ਚਾਹੀਦੀ। ਸਾਡੇ ਗੁਰੂਆਂ ਨੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਵੋ, ਏਡਾ ਵੱਡਾ ਸੰਦੇਸ਼, ਤੇ ਅੱਜ ਅਸੀਂ ਹੇਟ ਕਰੀਏ, ਨਫ਼ਰਤ ਕਰੀਏ, ਮਾੜੀ ਗੱਲ ਹੈ। ਹੁਣ ਪੰਜਾਬੀ ਹੈ, ਪੰਜਾਬ ਦਾ ਤੁਹਾਡੇ ਮੁਤਾਬਿਕ ਨਾ ਇੱਕ ਸੀਐਮ ਦੇ ਜੋ ਇੱਕ ਆਮ ਪੰਜਾਬੀ ਸਿੱਖ ਨੇ, ਉਹਨਾਂ ਦੀ ਇੱਕ ਦਿਨ ਦੀ ਕਾਰਗੁਜ਼ਾਰੀ ਤੇ ਪਿਛਲੇ ਕਿੰਨੇ ਸਾਲਾਂ ਦੀ ਇੱਕ ਅਸੀਂ ਸ਼ਖਸੀਅਤ ਨੂੰ ਰੱਖਿਆ ਹੋਇਆ ਹੈ, ਇੱਕ ਸ਼ਖਸੀਅਤ ਦੂਜੀ ਸ਼ਖਸੀਅਤ ਪਰਿਵਾਰਵਾਦ, ਕਿ ਕਿਉਂਕਿ ਇਹ ਜੱਟ ਸਿੱਖ ਨੇ, ਉਹਨਾਂ ਦੀ ਕਾਰਗੁਜ਼ਾਰੀ ਵਿੱਚ ਤੁਹਾਨੂੰ ਲੱਗਦਾ ਹੈ ਕਿ ਫਰਕ ਹੋਏਗਾ, ਅੰਤਰ ਹੋਏਗਾ? ਮੈਂ ਜੀ ਬਿਲਕੁਲ ਕਾਰਗੁਜ਼ਾਰੀ 'ਚ ਅੰਤਰ ਹੋਏਗਾ। ਜਿਹੜਾ ਤੁਸੀਂ ਕਹਿੰਦੇ ਪਰਿਵਾਰਵਾਦ ਦੀ ਜਾਂ ਕੋਈ ਗੱਲ ਹੈ, ਇਹਦੀ ਮੁਸ਼ਕਿਲ ਹੈ ਕਿ ਜਿਹੜਾ ਸਾਡਾ ਇਹ ਖਿੱਤਾ ਨਾ, ਜਿਹੜਾ ਪੰਜਾਬ ਹੈ, ਇੱਥੇ ਅਸੀਂ ਦੁਸ਼ਮਣਾਂ ਨਾਲ ਲੜਾਈਆਂ ਲੜਦੇ ਰਹੇ, ਵੱਡੇ ਵੱਡੇ ਸਿਰ ਆਉਂਦੇ ਰਹੇ, ਇੱਧਰਲੇ ਬੰਨਿਓ ਮੁਸਲਮ ਜਾਂ ਕੋਈ ਵੀ ਕਮਿਊਨਿਟੀ ਦੇ ਲੋਕ ਜਿਹੜੇ ਧਾੜਵੀ ਆਉਂਦੇ ਰਹੇ ਦੇਸ਼ ਦੇ ਉੱਤੇ। ਤੇ ਜਦੋਂ ਧਾੜਵੀ ਨਾਲ ਲੜਨਾ ਹੁੰਦਾ, ਇੱਕ ਵਰਗ 'ਚ ਰਹਿ ਕੇ ਲੜਿਆ ਜਾਂਦਾ ਕਿ ਯਾਰ ਅਸੀਂ ਫਲਾਣੀ ਮਿਸਲ ਦੇ ਨਾਲ ਸਾਂ, ਫਲਾਣੇ ਰਾਜੇ ਦੇ ਨਾਲ ਆ। ਉਹ ਸਾਡੇ 'ਚ ਇੱਕ ਅਸੀਂ ਵਿਅਕਤੀ ਪੂਜਕ ਹੋ ਗਏ ਹਾਂ। ਅਸੀਂ ਆਈਡੀਓਲੋਜੀ ਨੂੰ ਨਹੀਂ ਦੇਖਦੇ ਵੀ ਕਿਹੜੀ ਪਾਰਟੀ ਦੀ ਆਈਡੀਓਲੋਜੀ ਚੰਗੀ ਹੈ, ਕਿਹੜੀ ਪਾਰਟੀ ਕਿੰਨਾ ਕੰਮ ਕਰਦੀ ਹੈ। ਅਸੀਂ ਫੇਸ ਮੰਗਦੇ ਰਹਿੰਦੇ ਵੀ ਕਿਹਦਾ ਫੇਸ ਆਊਗਾ। ਹੁਣ ਚੰਨੀ ਜੀ ਦਾ ਫੇਸ ਜੇ ਤੁਸੀਂ ਸੀਐਮ ਸਾਹਿਬ ਨਾਲ, ਕੈਪਟਨ ਸਾਹਿਬ ਨਾਲ ਮਿਲਾਓਗੇ ਤਾਂ ਤੁਹਾਨੂੰ ਕਿਸੇ ਕਹਿਣਾ ਨਹੀਂ ਚੰਨੀ ਜੀ ਨਹੀਂ ਹੋ ਸਕਦੇ। ਜੇ ਪਹਿਲਾਂ ਪੁੱਛਦੇ ਕਿਸੇ ਨੂੰ ਵੀ ਦੱਸੋ ਜੀ ਕਿਹੜਾ ਠੀਕ ਹੈ, ਤੁਸੀਂ ਕਹਿਣਾ ਸੀ ਨਹੀਂ। ਪਰ ਜਦੋਂ ਉਹ ਬਣ ਗਏ ਆ, ਹੋ ਸਕਦਾ ਉਹਨਾਂ ਨੂੰ ਵੀ ਚੰਗਾ ਕੰਮ ਕਰ ਦੇਣ। ਇੱਕ ਮਿੰਟ, ਮੇਰਾ ਕਾਰਗੁਜ਼ਾਰੀ ਤੇ ਹੋਣਾ ਚਾਹੀਦਾ। ਦੇਖੋ ਅਸੀਂ ਵਿਅਕਤੀ ਪੂਜਕ ਬਣ ਗਏ, ਸਾਨੂੰ ਆਈਡੀਓਲੋਜੀ ਸਮਝਣੀ ਚਾਹੀਦੀ ਆ ਕਿ ਕਿਹੜੀ, ਸਾਰੀਆਂ ਪਾਰਟੀਆਂ ਦੀਆਂ ਤੁਸੀਂ ਆਈਡੀਓਲੋਜੀ ਦੇਖੋ, ਕਿਹੜੀ ਪਾਰਟੀ ਕਿੰਨਾ ਕੰਮ ਕਰਦੀ ਆ, ਕਿਹੜੀ ਪਾਰਟੀ ਸੈਕੂਲਰ ਤੇ ਖੜੀ ਆ, ਕਿਹੜੀ ਪਾਰਟੀ ਸਾਡੇ ਵਰਗਾਂ ਨੂੰ ਵੰਡਦੀ ਆ। ਕਿਉਂਕਿ ਦੇਖੋ ਜਦੋਂ ਵਰਗਾਂ ਤੇ ਜਾਤਾਂ ਤੇ ਪਾਤਾਂ ਤੇ ਲੜਾਈ ਹੋਊਗੀ ਤੇ ਫਾਇਦਾ ਪੋਲੀਟੀਕਲ ਬੰਦੇ ਨੂੰ ਹੋਣਾ, ਲੋਕਾਂ ਨੂੰ ਨਹੀਂ ਹੋਣਾ, ਵਿਕਾਸ ਨਹੀਂ ਹੋ ਪਾਉਣਾ। ਫਿਰ ਜਦੋਂ ਉਹ ਵੰਡੀਆਂ ਜਦੋਂ ਥੱਲੜੇ ਲੈਵਲ ਤੇ ਪੈ ਜਾਂਦੀਆਂ, ਪਿੰਡ ਲੈਵਲ ਤੇ ਪੈ ਜਾਣਗੀਆਂ, ਦਫ਼ਤਰਾਂ 'ਚ ਪੈ ਜਾਣਗੀਆਂ, ਉਹ ਵੰਡੀਆਂ ਵਿਕਾਸ ਨਹੀਂ ਹੋਣ ਦੇਣਗੀਆਂ। ਹਰ ਕੋਈ ਬੰਦਾ ਆਪਣੀ ਚੇਅਰ ਨੂੰ ਬਚਾਉਣ ਵਾਸਤੇ, ਚਾਹੇ ਉਹ ਮੈਂਬਰ ਪੰਚਾਇਤ ਹੈ, ਚਾਹੇ ਸਰਪੰਚ ਹੈ, ਚਾਹੇ ਅਫਸਰ ਹੈ, ਕਿਸੇ ਵੀ ਪੋਸਟ ਦੇ ਉੱਤੇ ਲੱਗਾ ਹੈ, ਉਹਨੂੰ ਵਰਗੀਕਰਨ 'ਚ ਵੰਡ ਕੇ ਵਿਖਾਊਗਾ ਵੀ, ਡਰਾਊਗਾ ਵੀ, ਤੇ ਉਹਦੇ ਨਾਲ ਉਹਦੇ ਪਿੱਛੇ ਉਹ ਆਪਣਾ ਮਨੋਰਥ ਪੂਰਾ ਕਰੂਗਾ। ਤੇ ਐਂਡ ਤੇ ਨੁਕਸਾਨ ਲੋਕਾਂ ਦਾ, ਜਿਹੜੇ ਆਮ ਪਬਲਿਕ ਹੈ, ਉਹਦਾ ਹੋਏਗਾ। ਜੇ ਅਸੀਂ ਯੂਨਾਈਟ ਇੱਕ ਸੈਕੂਲਰ ਫੇਥ ਦੇ ਨੇ, ਪੰਜਾਬ ਇੱਕ ਸੈਕੂਲਰ ਹੈ, ਜਿਹੜੀ ਸਿੱਖੀ ਦੀ ਗੱਲ ਕਰਦੇ, ਸਿੱਖ ਸੈਕੂਲਰ ਧਰਮ ਹੈ। ਤੁਸੀਂ ਦੇਖੋ ਕਿੱਡਾ ਸੋਹਣਾ ਆ, ਔਰ ਮਨੁੱਖਤਾ ਦੇ ਲਾਗੇ ਆ, ਔਰ ਸਭ ਤੋਂ ਲੇਟੈਸਟ ਧਰਮ ਹੈ। ਔਰ ਜੇ ਉਹਦੇ ਮੁਤਾਬਕ ਚੱਲੀਏ, ਬਾਬੇ ਨਾਨਕ ਦੇ ਮੁਤਾਬਕ, ਜੇ ਆਪਾਂ ਉਹਨਾਂ ਦਾ ਰਸਤਾ ਵਿਖਾਇਆ ਲੈ ਲਈਏ, ਤੇ ਆਪਾਂ ਨੂੰ ਤੇ ਵੈਰ ਵਿਰੋਧ ਤੇ ਇਹੋ ਜਿਹੀਆਂ ਗੱਲਾਂ ਤੇ ਇਹਨਾਂ ਨਾਲ ਤੇ ਉਹ ਲੜਾਈ ਲੜਦੇ ਇੱਥੋਂ ਤੱਕ ਆਏ ਸੀ। ਇਹਨਾਂ ਚੀਜ਼ਾਂ ਨਾਲ, ਉਹ ਚੀਜ਼ ਨੂੰ ਅਸੀਂ ਉਭਾਰ ਕੇ ਵੋਟਾਂ ਲੈਣੀਆਂ, ਮੈਂ ਇਸ ਗੱਲ ਨੂੰ ਠੀਕ ਨਹੀਂ ਸਮਝਦਾ। ਹਾਂ ਠੀਕ ਆ, ਅਸੀਂ ਇਹ ਕਹਿ ਸਕਦੇ ਚੰਨੀ ਜੀ ਵਗੀਰ ਗਰੀਬ ਵਰਗ ਤੋਂ ਆਏ ਆ, ਉਹਨਾਂ ਨੇ ਵਿਚਾਰਿਆਂ ਨੇ ਸਾਰੇ ਦਿਨ ਵੇਖੇ ਆ,
ਉਹਨਾਂ ਦਾ ਕਸੂਰ ਥੋੜਾ ਕਿ ਉੱਥੇ ਪੈਦਾ ਹੋ ਗਿਆ, ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ। ਮਿਹਨਤ ਦੇਖੀ ਆ। ਜੇ ਅੱਜ ਉਹ ਬਣ ਗਏ ਨੇ ਤੇ ਉਹਨਾਂ ਨੂੰ ਚੱਲਣ ਦਾ ਮੌਕਾ ਦੇ ਕੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ, ਜੇ ਉਹ ਚੰਗੇ ਕੰਮ ਕਰਨ ਤੇ ਜ਼ਰੂਰ ਉਹਨਾਂ ਨੂੰ ਸਲਾਹੁਣਾ ਚਾਹੀਦਾ ਔਰ ਮੈਨੂੰ ਆਸ ਹੈ ਕਰਨਗੇ ਵੀ। ਉਹ ਤੁਹਾਨੂੰ ਇੱਕ ਪਾਸੇ 4.5 ਸਾਲ ਦੀ ਕਾਰਗੁਜ਼ਾਰੀ ਤੇ ਇੱਕ ਪਾਸੇ ਮੇਰੇ ਖਿਆਲ ਮੁਸ਼ਕਿਲ ਨਾਲ 4.5 ਮਹੀਨੇ ਦਾ ਵਕਤ ਹੈਗਾ, ਇਹ 4.5 ਮਹੀਨੇ ਤੋਂ ਕਿੰਨੀ ਆਸ ਹੈਗੀ ਹੈ? ਮੈਨੂੰ ਬਹੁਤ ਜ਼ਿਆਦਾ ਆਸ ਹੈ। 4.5 ਸਾਲ ਦੀ ਕਾਰਗੁਜ਼ਾਰੀ ਕਿਉਂ 9.5 ਸਾਲ ਸੀਐਮ ਸਾਹਿਬ ਨੇ ਦਿੱਤੇ ਨੇ, ਕੈਪਟਨ ਸਾਹਿਬ ਨੇ ਇਹਨਾਂ ਨੂੰ, ਪੰਜਾਬ ਨੂੰ, ਔਰ ਦੂਜੀ ਦੀ ਸਰਕਾਰ ਵੀ ਉਹਨਾਂ ਦੇ ਨਾਂ ਨਾਲ ਹੀ ਬਣੀ ਸੀ। ਤੁਹਾਨੂੰ ਪਤਾ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਦੇ ਕੈਪਟਨ ਸਾਹਿਬ ਦਾ ਕਿ ਲੋਕ ਚਾਹੁੰਦੇ ਸੀ ਵਾਪਸ ਲੈ ਕੇ ਉਹ। ਸੋ ਮੈਂ ਤੇ ਇਹੀ ਕਹੂੰਗਾ ਕਿਉਂਕਿ ਲੋਕ ਥੋੜ੍ਹੀ ਜਿਹੀ ਅਸੀਂ ਛੋਟਾ ਮਤਲਬ ਯਾਦਦਾਸ਼ਤ ਹੋਣ ਕਰਕੇ ਵੀ ਕਹਿ ਸਕਦੇ ਹਾਂ। ਹੁਣ ਇਹੀ ਬਾਦਲ ਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਇਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਲੈ ਜਾਓ, ਕੈਪਟਨ ਸਾਹਿਬ ਲੈ ਕੇ ਆਏ। ਚਲੋ ਕੁਛ ਹੋਇਆ ਕੁਛ ਨਹੀਂ ਹੋਇਆ, ਮੈਂ ਉਹਨਾਂ ਦੀ ਗੱਲ ਨਾਲ ਇਸ ਗੱਲ 'ਚ ਨਹੀਂ ਪੈਂਦਾ ਕਿਉਂਕਿ ਸਾਰੇ ਵਿਚਾਰਧਾਰਾ ਦੇ ਲੋਕ ਹਰ ਤਰ੍ਹਾਂ ਦੇ ਹੈਗੇ ਆ। ਜੇ ਨਹੀਂ ਹੋਇਆ ਤਾਂ ਵੀ ਲੋਕਾਂ ਨੂੰ ਪਤਾ, ਮੇਰੇ ਅੱਖਾਂ ਜੇ ਹੋਇਆ ਤੇ ਮੇਰੇ ਅੱਖਾਂ 'ਤੇ ਹੋ ਨਹੀਂ ਜਾਣਾ ਤੇ ਮੇਰੇ ਅੱਖਾਂ ਉਹ ਘੱਟ ਨਹੀਂ ਜਾਣਾ। ਬਾਦਲ ਸਾਹਿਬ ਨੂੰ 5 ਵਾਰੀ ਮੁੱਖ ਮੰਤਰੀ ਵੀ ਤੇ ਲੋਕਾਂ ਨੇ ਬਣਾਇਆ। ਹੁਣ ਬਰਗਾੜੀ ਦਾ ਜਿਹੜਾ ਵੱਡਾ ਇਸ਼ੂ ਆ, ਸੁਖਬੀਰ ਬਾਦਲ ਹੋਣੀ ਉੱਥੋਂ ਜਿਤਾਤੀ ਲੋਕਾਂ ਨੇ, ਹਰਸਿਮਰਤ ਬੀਬਾ ਉੱਥੋਂ ਉਸ ਏਰੀਏ 'ਚੋਂ ਖਿੱਤੇ 'ਚੋਂ ਜਿਤਾਤੀ, ਸਾਡੇ ਜਿੱਥੇ ਮੈਜੋਰਟੀ ਹੈ ਸਾਡੀ। ਕਿਉਂਕਿ ਅਸੀਂ ਬਹੁਤਾ ਕਈ ਵਾਰੀ ਸਮਾਂ ਅਸੀਂ ਹਰਾਉਣ ਤੇ ਲਾ ਦਿੰਦੇ, ਜਿਤਾਉਣ ਤੇ ਕੱਟ ਲਾਉਂਦੇ ਆ। ਸੋ ਮੇਰੀ ਇਹ ਜਿਹੜਾ ਹੁਣ ਬਾਦਲ ਫੈਮਿਲੀ ਹੈ ਜਾਂ ਕੋਈ ਵੀ ਕਹਿ ਲਓ ਕਿ ਉਹਨਾਂ ਦੇ ਵਿੱਚ ਚੰਗੇ ਬੰਦੇ ਜਾਂ ਕਿਸੇ ਬੰਦੇ ਨੂੰ ਉਹਨਾਂ 'ਚ ਨਾਂ ਲੈ ਲਓ, ਉਹਨੂੰ ਬਾਹਰ ਕੱਢ ਦਿੰਦੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਂਦੇ ਆ। ਨੈਸ਼ਨਲ ਪਾਰਟੀ ਦਾ, ਸੈਕੂਲਰ ਪਾਰਟੀ ਦਾ ਇੱਕ ਇਹੀ ਫਾਇਦਾ ਹੁੰਦਾ ਕਿ ਉਹਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੁੰਦੀ। ਹੁਣ ਦੇਖੋ ਅਸੀਂ ਲੋਕਾਂ ਨੇ, ਚਾਹੇ ਮੈਨੂੰ ਵੀ ਲਾਓ ਚਾਹੇ ਸਾਡੀ ਸਾਰੀ ਲੀਡਰਸ਼ਿਪ ਨੇ, ਮੈਂ ਵੀ ਉਹਦਾ ਕਿਸੇ ਨਾਲ ਜੁੜਿਆ ਹਾਂ, ਮੈਂ ਵੀ ਆਪਣੇ ਤੌਰ ਤੇ ਸੋਚਿਆ ਹੋਊਗਾ ਕਿ ਫਲਾਣਾ ਸੀਐਮ ਬਣ ਜੇ, ਦੂਸਰੇ ਨੇ ਹਰ ਇੱਕ ਨੇ ਜ਼ੋਰ ਲਾਇਆ, ਪਰ ਜਦੋਂ ਬਣ ਗਏ ਆ ਸਾਰੇ ਉੱਥੇ ਲਾਈਨ 'ਚ ਖੜੇ ਆ ਵੀ ਨਹੀਂ ਇਹ ਸਾਡੇ ਸੀਐਮ ਹੈ, ਕਿਉਂਕਿ ਪਾਰਟੀ ਨੂੰ ਵੱਡੀ ਸੋਚ ਨਾਲ ਚੱਲਦੀ ਆ। ਸੋ ਪੰਜਾਬ ਨੂੰ ਇਸ ਵੇਲੇ ਸਾਨੂੰ ਇਕੱਠਿਆਂ ਹੋ ਕੇ ਇੱਕ ਧਾਰਨਾ ਬਣ ਗਈ ਆ। ਹੁਣ ਜਿਵੇਂ ਤੁਸੀਂ ਸਾਡੇ ਗੁਰਦਾਸ ਮਾਨ ਨੇ, ਹੁਣ ਦੇਖੋ ਸਾਡੇ ਗੁਰੂਆਂ ਦੀਆਂ ਵੀ ਤੇ ਕਈ ਭਾਸ਼ਾ ਸਿੱਖੀਆਂ ਸੀ ਗੁਰੂ ਸਾਹਿਬਾਨ ਨੇ ਵੀ, ਫਾਰਸੀ ਵੀ, ਸੰਸਕ੍ਰਿਤੀ ਵੀ, ਹਰ ਭਾਸ਼ਾ ਉਹਨਾਂ ਨੂੰ ਆਉਂਦੀ ਸੀ। ਉਹਨਾਂ ਨੂੰ ਭਾਸ਼ਾ ਦੇ ਨਾਂ ਤੇ ਅਜਿਹਾ ਨੁੱਕਰ ਤੇ ਲਾਇਆ ਗਿਆ ਕਿ ਬਾਅਦ ਵਿੱਚ ਮਤਲਬ 1.5-2 ਸਾਲ ਬਾਅਦ ਉਹਨਾਂ ਨੇ ਜੇ ਉੱਥੇ ਫਿਰ ਉਹਨਾਂ ਨੇ ਮਾਫੀ ਮੰਗ ਲਈ, ਪਰ ਮਾਫੀ ਵੀ ਨਹੀਂ ਦਿੱਤੀ ਜਾਂਦੀ। ਇਹ ਚੀਜ਼ਾਂ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ। ਮੈਂ ਉਹ ਨਹੀਂ, ਪਰ ਉਹ ਤੇ ਹੁਣ ਕੰਪਲੇਂਟ ਤੇ ਤੁਸੀਂ ਕਿਸੇ ਤੇ ਦਿਓ ਕਿ ਪਰਚਾ ਦਰਜ ਹੋ ਜਾਂਦਾ ਕੰਪਲੇਂਟ ਦਾ। ਬਹੁਤ ਸਟਰੋਂਗ ਭਾਸ਼ਾ, ਮੈਨੂੰ ਪਤਾ ਇਸ ਗੱਲ ਦਾ। ਇਹ ਤੇ ਹੁਣ ਕੀ ਹੈ ਕਿ ਅਸੀਂ ਭਾਵੁਕ ਹੋ ਕੇ ਭੁੱਲ ਹੀ ਗਏ ਆ ਕਿ ਅਸੀਂ ਗੁਰੂ ਸਾਹਿਬਾਨ ਨੇ ਮਾਫੀ ਦੇਣ ਦਾ ਵੀ ਸਾਨੂੰ ਕਿਹਾ ਕਿ ਮਾਫੀ ਵੀ ਦਿੱਤੀ ਜਾਣੀ ਚਾਹੀਦੀ। ਹੁਣ ਉਹਦਾ ਸਿੱਧਾ ਅਸਰ ਕੀ ਹੈ? ਮੈਂ ਪਹਿਲਾਂ ਤਾਂ ਬਹੁਤ ਜ਼ਿਆਦਾ ਨਹੀਂ ਸੀ ਸੁਣਿਆ, ਪਰ ਜਦੋਂ ਹੋਇਆ ਮੈਂ ਉਹਨਾਂ ਦੇ ਸਾਰਾ ਪਿਛਲਾ ਵੀ ਉਹਨਾਂ ਦਾ ਜਿਹੜੇ ਗੀਤ ਸੀ ਉਹ ਸੁਣੇ। ਇੰਨੇ ਮਤਲਬ ਵਧੀਆ ਔਰ ਇੰਨੀ ਵਧੀਆ ਲਿਖੇ ਆ, ਔਰ ਤੁਸੀਂ ਪਰਿਵਾਰ 'ਚ ਬਹਿ ਕੇ, ਤੁਸੀਂ ਆਪਣੇ ਬੱਚਿਆਂ 'ਚ ਬਹਿ ਕੇ ਉਹ ਚੀਜ਼ਾਂ ਸੁਣ ਸਕਦੇ ਜੇ ਆਪਣੇ ਬੱਚਿਆਂ ਨੂੰ ਸੇਧ ਦਿੰਦੇ ਨੇ। ਪਰ ਉਹ ਇੱਕ ਚੀਜ਼ ਨੂੰ ਖਤਮ ਕਰਤਾ ਕਿ ਇਹਦਾ ਪੰਜਾਬ ਨੂੰ ਘਾਟ ਨਹੀਂ ਪੈਂਦੀ। ਐਮੀ ਵਿਰਕ ਨੇ ਪੱਗ ਬੱਧੀ ਸੀ, ਉਹਦੇ ਤੇ ਇੰਨਾ ਵੱਡਾ ਵਿਚਾਰੇ ਤੇ ਹਮਲਾ ਕਰਤਾ, ਮਤਲਬ ਸੋਸ਼ਲ ਮੀਡੀਆ ਰਾਹੀਂ। ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਸੋਚਣਾ ਪਊਗਾ। ਅੱਜ ਅਸੀਂ ਲੋਕਾਂ ਨੇ ਜੇ ਪੰਜਾਬ ਨੂੰ ਅੱਗੇ ਲਿਜਾਉਣਾ ਆ ਤੇ ਪੰਜਾਬ ਦੀ ਜੇ ਆਪਾਂ ਨੂੰ ਕਿਸੇ ਕਾਨੂੰਨ ਵਾਪਸ ਭੇਜਣੇ ਨੇ, ਇਹਨਾਂ ਦੇ ਕੈਂਸਲ ਕਰਾਉਣੇ ਨੇ, ਤੇ ਪੰਜਾਬ ਦੀ ਇੰਡਸਟਰੀ ਵੀ ਬਚਾਉਣੀ, ਹਰ ਚੀਜ਼ ਬਚਾਉਣੀ ਹੈ। ਇਹਨਾਂ ਤੇ ਸਾਰਿਆਂ ਨੂੰ ਰਲ ਕੇ ਸੋਚਣਾ ਪਏਗਾ, ਕਿਉਂਕਿ ਜੇ ਆਪਾਂ ਇੰਡਸਟਰੀ ਵੀ ਭਜਾਲਾਂਗੇ, ਲੋਕਾਂ ਦਾ ਮਾਹੌਲ ਇਹੋ ਜਿਹਾ ਪੈਦਾ ਕਰ ਦਾਂਗੇ ਵੀ ਇੱਥੇ ਤੇ ਭਾਈ ਔਖਾ ਆ, ਫਿਰ ਮੁਸ਼ਕਿਲ ਆਉਂਦੀ ਹੈ। ਸਾਡੀ ਸਿਰਫ ਇੱਕੋ ਟਾਰਗੇਟ ਹੋਣਾ ਚਾਹੀਦਾ ਵੀ ਕੇਂਦਰ ਦੇ ਨਾਲ ਲੜਾਈ ਲੜਨ ਦਾ। ਕੇਂਦਰ ਨਾਲ ਅਸੀਂ ਕਿਵੇਂ ਮਤਲਬ ਲੜਾਈ ਲੜਨੀ ਆ ਔਰ ਸਾਰਿਆਂ ਨੂੰ ਨਾਲ ਲੈ ਕੇ ਲੜਨੀ ਆ। ਅਸੀਂ ਵੀ ਹੁਣ ਪਿਛਲੇ 8 ਮਹੀਨੇ ਤੋਂ ਉੱਥੇ ਬੈਠੇ ਆ, 8-9 ਮਹੀਨੇ ਹੋ ਗਏ ਨੇ ਸਾਨੂੰ। ਸੋ ਇਹ ਚੀਜ਼ਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇੰਝ ਲੱਗਦਾ ਕਿ ਜਿਵੇਂ ਨਾ ਕੋਈ ਟਰੋਲ ਆਰਮੀ ਪੰਜਾਬ ਦੇ ਬਾਹਰ ਇਹੀ ਜਿਹਾ ਕੰਮ ਕਰੀ ਆਉਂਦੀ ਵੀ ਸਾਡਾ ਜਿਹੜਾ ਵੀ ਕੋਈ ਕੰਮ ਮਾੜਾ ਜਿਹਾ ਲੱਭਦਾ ਆ ਉਹਨੂੰ ਇੰਨਾ ਵੱਡਾ ਉਭਾਰ ਕੇ ਫਿਰਕਿਆਂ ਦੇ ਵਿੱਚ, ਧਰਮਾਂ ਦੇ ਵਿੱਚ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਤੇ ਉਹ ਸਿਸਟਮ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਹੈ। ਚਲੋ ਹਾਂ, ਇਹ ਇੱਕ ਹੋਰ ਡਿਸਕਸ਼ਨ ਦਾ ਮੁੱਦਾ ਜ਼ਰੂਰ ਹੈ ਕਿ ਪੰਜਾਬ ਦੀ ਜਿਹੜੀ ਵਿਲੱਖਣਤਾ ਸੀਗੀ, ਜਿਹਦੀ ਬਰਾਬਰੀ ਦਾ ਜਿੱਥੇ ਇੱਕ ਮੰਚ ਸੀਗਾ, ਜਿੱਥੇ ਔਰਤਾਂ ਨੂੰ ਵੀ ਬਰਾਬਰੀ ਕਦੀ ਮਿਲਦੀ ਸੀ, ਅੱਜ ਉਹ ਉਸ ਵਿੱਚ ਉਹੀ ਕੁੜੀਆਂ ਸਭ ਜ਼ਿਆਦਾ ਕੁੱਖਾਂ ਵਿੱਚ ਮਾਰੀਆਂ ਜਾਂਦੀਆਂ। ਸੋ ਬਹੁਤ ਜ਼ਿਆਦਾ ਇਮੋਸ਼ਨ ਹੈ। ਬਟ ਅਸੀਂ ਉਮੀਦ ਕਰਾਂਗੇ ਕਿ ਜਿਹੜੀ ਕਾਂਗਰਸ ਹੈ ਉਹ ਆਪਣਾ ਜਿਹੜਾ ਵਿਰੋਧੀ ਧਿਰ ਦਾ ਹੈ ਇੱਕ ਜ਼ਿੰਮੇਵਾਰੀ ਹੈ ਅੱਜ ਜਿਹੜੀ ਸੈਂਟਰ ਵਿੱਚ ਤੇ ਪੰਜਾਬ ਵਿੱਚ ਜੋ ਆਪਣੇ ਵਾਅਦੇ ਪੂਰੇ ਕਰਨੇ ਆ ਉਸ 'ਤੇ ਜ਼ਰਾ ਗੌਰ ਨਾਲ ਧਿਆਨ ਦੇ, ਤਾਂ ਇਹ ਨਾ ਹੋਏ ਕਿ ਅਸੀਂ ਇਹ ਵੀ ਕਹਿੰਦੇ ਰਹੀਏ ਕਿ ਇਹ 4.5 ਸਾਲ ਵਾਂਗ ਇਹ 4.5 ਮਹੀਨੇ ਵੀ ਖਰਾਬ। ਨਹੀਂ, ਮੈਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਬਿਲਕੁਲ ਜਦੋਂ ਇਲੈਕਸ਼ਨਾਂ ਜਾਵਾਂਗੇ ਲੋਕ ਖੁਸ਼ ਹੋਣਗੇ ਔਰ ਸਾਡਾ ਵੈਲਕਮ ਵੀ ਕਰਨਗੇ। ਇੱਕ ਵਾਰੀ ਮੈਨੀਫੈਸਟੋ ਵੱਲ ਝਾਤ ਲੈਣਾ ਚਾਹੀਦਾ ਹੈ। ਬਿਲਕੁਲ ਮੈਨੀਫੈਸਟੋ ਲੈ ਕੇ ਜਾਵਾਂਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਹੁਣ ਤਾਂ ਬਹੁਤ ਸਮਾਂ ਪੰਜਾਬ ਰਿਪੋਰਟ ਕਾਰਡ ਮੰਗੇਗਾ। ਬਿਲਕੁਲ ਪੰਜਾਬ ਦੇ ਰਿਪੋਰਟ ਕਾਰਡ ਰੱਖਿਆ ਜਾਏਗਾ ਔਰ ਮੈਂ ਇਹੀ ਬੇਨਤੀ ਕਰੂੰਗਾ ਕਿ ਰਿਪੋਰਟ ਕਾਰਡ ਵੇਖ ਕੇ ਵੋਟ ਪਾਇਓ।
ਅਸੀਂ ਇਸ ਗੱਲ ਦਾ ਯਕੀਨ ਰੱਖਦੇ ਹਾਂ ਔਰ ਕਾਂਗਰਸ ਮੈਨੂੰ ਆਸ ਹੈ ਆਪਣੇ ਸਾਰੇ ਲੀਡਰਸ਼ਿਪ ਤੇ ਸਾਡੇ ਵਰਕਰਸ ਤੇ ਕਿ ਕਾਂਗਰਸ ਪਾਰਟੀ ਦੁਬਾਰਾ 2022 ਇਲੈਕਸ਼ਨ ਜ਼ਰੂਰ ਜਿੱਤੇਗੀ ਔਰ ਲੋਕ ਇਹਨਾਂ ਦੇ ਕੰਮਾਂ ਨੂੰ ਇਹਨਾਂ ਦੇ ਅਗਾਂਹ ਵਧੂ ਸੋਚ ਨੂੰ ਵੇਖਦੇ ਹੋਏ ਉਹਦਾ ਫੈਸਲਾ ਜਿਹੜਾ ਉਹ ਲੋਕ ਕਚਹਿਰੀ ਦੇ ਵਿੱਚ ਲੋਕ ਸਾਡੇ ਹੱਕ 'ਚ ਜ਼ਰੂਰ ਕਰਨਗੇ। ਔਰ ਜਿੱਥੋਂ ਤੱਕ ਕੇਂਦਰ ਸਰਕਾਰ ਦੇ ਵਿੱਚ ਸਾਡੀ ਆਪੋਜੀਸ਼ਨ ਦਾ ਵਿੱਚ ਜਿਹੜੇ ਮੁੱਦਿਆਂ ਨੂੰ ਉਠਾਉਣ ਦੀ ਗੱਲ ਹੈ ਉਹ ਤੁਹਾਡੇ ਮੀਡੀਆ ਰਾਹੀਂ ਪਹਿਲਾਂ ਵੀ ਤੁਹਾਨੂੰ ਪਤਾ ਕਿ ਅਸੀਂ ਇਸ ਗੱਲ ਲਈ ਬਹੁਤ ਚੇਤ ਰਹਿੰਦੇ ਹਾਂ। ਕੋਈ ਅਜਿਹਾ ਮੁੱਦਾ ਜਿਹੜਾ ਲੋਕ ਵਿਰੁੱਧ ਹੈ ਜਾਂ ਸਾਡੇ ਲੋਕਤੰਤਰ ਨੂੰ ਖਤਰਾ ਹੈ ਅਸੀਂ ਕਦੀ ਵੀ ਉਹ ਤੋਂ 1 ਇੰਚ ਵੀ ਪਿੱਛੇ ਨਹੀਂ ਹਟੇ ਔਰ ਉਹਨੂੰ ਵੱਧ ਚੜ੍ਹ ਕੇ ਹਮੇਸ਼ਾ ਲੋਕ ਹਿੱਤਾਂ ਦੇ ਵਿੱਚ ਰੱਖਣ ਵਾਸਤੇ ਸਰਕਾਰ ਨੂੰ ਮਜਬੂਰ ਕਰੀਦਾ ਹੈ। ਪਰ ਉਹ ਮੈਜੋਰਟੀ ਐਡੀ ਵੱਡੀ ਹੈ ਕਿ ਉਹ ਇੱਕ ਡਿਕਟੇਟਰ ਦੇ ਤਰੀਕੇ ਨਾਲ ਚੱਲਦੇ ਆ। ਬਟ ਕੋਈ ਨਹੀਂ, ਲੜਾਈ ਜਿਹੜੀ ਆ ਉਹ ਲੜਨੀ ਚਾਹੀਦੀ ਆ। ਹਾਰ ਜਿੱਤ ਦਾ ਫੈਸਲਾ ਦੇ ਬਾਅਦ ਦੀ ਗੱਲ ਹੈ। ਸਰ ਜੁੜੇ ਲਈ ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਔਜਲਾ ਜੀ ਨੇ ਕਿਹਾ ਰਿਪੋਰਟ ਕਾਰਡ ਦੇਖ ਕੇ ਵੋਟ ਪਾਣਾ, ਸੋ ਐਤਕੀ ਰਿਪੋਰਟ ਕਾਰਡ ਜ਼ਰੂਰ ਮੰਗਣਾ ਔਰ ਮੈਨੀਫੈਸਟੋ ਅਗਲੇ ਜਿਹੜੇ ਸਭ ਆਉਣਗੇ ਪਾਰਟੀਆਂ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਰਖਣਾ ਜਿਵੇਂ ਅਸੀਂ ਖੇਤੀ ਕਾਨੂੰਨ ਨੂੰ ਪਰਖ ਕੇ ਆਪਣਾ ਸਟੈਂਡ ਲਿਆ ਹੈਗਾ ਤਾਂ ਕਿ ਸਾਡਾ ਜੋ ਆਪਣਾ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਵੋਟ ਦੇ ਪ੍ਰਤੀ ਅਸੀਂ ਉਹਨੂੰ ਨਿਭਾ ਸਕੀਏ।